पंकज बंधन पादे पंकज बंधन सिमरो अंगद दुख निकंदन दास गुर हृदय त्याओ जी हृदय त्याओ श्री गुरु रामदास गुण गाओ अर्जुन बिघ्नन के नाशक बिघ्नन के हारे गोविंद शुभ सुमत प्रकाश श्री हर राय नमो कर जोरी नमो कर श्री हर कृष्ण मनाओ तेग बहादुर परम कृपाला परम कृपाला श्री गुरु गोविंद सिंह विशाल तारों दरा पारे पुन पुन सीसा वाहिगुरु पुन पुन बंदों बार बार जगदीसा एक अंकारा सतगुरु ते प्रसाद सच वाहिगुरु जी की फतेह है विघ्न विनाशन जिसमें अमृत ज्ञान है मानक भगत वैराग गुरु ग्रंथ साहिब उदद जजन भजन मम खालसा खालसा पूज बिजोग दास गोबिंद फतेह खालसा दर्श परस मिट आत्म राजे जानी सो है खालस दे प्रभ मैं मोह महतास मैं रंचक नायन मुख उजरै शास्त्र काट पिंग किरण चढ़ जाय आंध लखै बदरो सुनै जो काल कृपा कहा बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी दोहरा थिरियो खालसा पासगन हुक्म करायो महाराज दूर दूर लग खरे रहो बान खोज बेकाज। वाहिगुरु जी का खालसा वाहिगुरु जी की फतेह। परम सन्मान जो गुरु रूप गुरु खालसा साध संगत जी सतगुरु करता हर राय श्री गुरु हर राय साहब जी महाराज सच्चे पातशाह जी दे पावन पवित्र स्थान ते ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸੁਭਾਏਮਾਨ ਹੋ ਕੇ ਆਪ ਜੀ ਅੰਮ੍ਰਿਤਮਈ ਗੁਰੂ ਕੀ ਬਾਣੀ ਦਾ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਜੋਰਾ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕਰ ਰਹੇ ਸੀ। ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਇਹ ਵਰਖਾ ਦੀ ਰੁੱਤ ਆਈ ਹੈ। ਸਾਵਣ ਸਰਸ ਮਨਾ ਘਣ ਵਰਸ ਹੈ ਰੁੱਤ ਆਏ ਮੈਂ ਮਨ ਤਨ ਸੋ ਭਾਵੈ ਫਿਰ ਪਰਦੇਸ ਸਿਧਾਏ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਵਣ ਦੇ ਮਹੀਨੇ ਵਿੱਚ ਜੋ ਜੀਵ ਰੂਪੀ ਇਸਤਰੀ ਦੀ ਮਾਨਸਿਕ ਅਵਸਥਾ ਹੁੰਦੀ ਹੈ ਉਹਦਾ ਬੜਾ ਸੁੰਦਰ ਬਿਆਨ ਕੀਤਾ ਹੈ। ਸਤਿਗੁਰੂ ਜੀ ਦੀ ਬਾਣੀ ਵਿੱਚ 6 ਹੀ ਰੁੱਤਾਂ ਦਾ ਬੜਾ ਸੁੰਦਰ ਵਰਣਨ ਹੈ ਤੇ ਸਾਧ ਸੰਗਤ ਜੀ ਇਹਨਾਂ ਰੁੱਤਾਂ ਦੇ ਮੁਤਾਬਕ ਸਾਡੀ ਜੀਵਾਂ ਦੀ ਮਾਨਸਿਕ ਦਸ਼ਾ ਵੀ ਬਦਲਦੀ ਰਹਿੰਦੀ ਹੈ। ਜਿਵੇਂ ਸਮਾਜਿਕ ਤੌਰ ਤੇ ਇੱਕ ਇਸਤਰੀ ਤੇ ਪਤੀ ਪਤਨੀ ਦਾ ਜੋ ਸੰਬੰਧ ਹੈ ਉਹਦੇ ਵਿੱਚ ਪਰਿਵਰਤਨ ਆਉਂਦਾ ਹੈ, ਉਸੇ ਤਰ੍ਹਾਂ ਹੀ ਆਤਮਾ ਤੇ ਪਰਮਾਤਮਾ ਦਾ ਜਿਹੜਾ ਪਤੀ ਪਤਨੀ ਦਾ ਸੰਬੰਧ ਹੈ ਉਹਦੇ ਵਿੱਚ ਵੀ ਉਤਰਾਅ ਚੜਾਅ ਆਉਂਦੇ ਹਨ।
ਅਵਸਥਾ ਵਿੱਚ ਤਬਦੀਲੀ ਆਉਂਦੀ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਉਹ ਸਾਰੀਆਂ ਅਵਸਥਾਵਾਂ ਬਿਆਨ ਕੀਤੀਆਂ ਹਨ। ਆਪ ਜੀ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਆਓ ਹੁਣ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਨਾਲ ਜੁੜ ਜਾਈਏ। ਧੰਨ ਸ੍ਰੀ ਗੁਰੂ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਤਿਗੁਰੂ ਜੀ ਦਾ ਇਤਿਹਾਸ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਸ ਚੌਥੀ ਰੁੱਤ ਵਿੱਚ ਜੋ ਬਿਆਨ ਕੀਤਾ ਹੈ। ਆਪ ਜੀ ਲੜੀਵਾਰ ਦੇਸਾਂ ਵਿਦੇਸਾਂ ਵਿੱਚ ਬੈਠੇ ਹੋਏ ਗੁਰੂ ਕੇ ਸਿੱਖ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਰਾਹੀਂ ਸਰਵਣ ਕਰ ਰਹੇ ਹੋ ਔਰ ਗੁਰੂ ਘਰਾਂ ਵਿੱਚ ਵੀ ਹਾਜ਼ਰੀਆਂ ਭਰ ਕੇ ਲਾਹਾ ਲੈ ਰਹੇ ਹੋ। ਕੱਲ ਆਪ ਜੀ ਨੇ ਸਰਵਣ ਕੀਤਾ ਸੀ ਸ੍ਰੀ ਕਲਗੀਧਰ ਪਿਤਾ ਜੀ ਦੇ ਚਰਨਾਂ 'ਚ ਨਾਰਦ ਮੁਨੀ ਜੀ ਹਾਜ਼ਰ ਹੋਏ ਸਾਧੂ ਦਾ ਰੂਪ ਧਾਰਨ ਕਰਕੇ, ਕਿਉਂਕਿ ਗੁਰੂ ਸਾਹਿਬ ਜੀ ਸਭ ਤੋਂ ਵੱਡੇ ਹਨ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਤੇ ਉਹਨਾਂ ਦੀ ਸੇਵਾ ਸਾਰੇ ਹੀ ਕਰਦੇ ਹਨ। ਕਈ ਵਾਰੀ ਪ੍ਰੇਮੀਆਂ ਦੇ ਮਨ 'ਚ ਸ਼ੰਕਾ ਪੈਦਾ ਹੋ ਜਾਂਦਾ ਵੀ ਨਾਰਦ ਮੁਨੀ ਦਾ ਤੇ ਕੀ 10ਵੇਂ ਪਾਤਸ਼ਾਹ ਦਾ ਟਾਈਮ ਸੇਮ ਹੈ, ਕਿਉਂਕਿ ਤ੍ਰੇਤੇ ਯੁੱਗ ਵਿੱਚ ਵੀ ਰਾਮਚੰਦਰ ਜੀ ਦੇ ਸਮੇਂ ਵੀ ਨਾਰਦ ਮੁਨੀ ਜੀ ਦਾ ਜ਼ਿਕਰ ਆ ਜਾਂਦਾ ਹੈ। ਸਤਯੁਗ ਦੇ ਵਿੱਚ ਧਰੂ ਭਗਤ ਦੇ ਨਾਲ ਉਹਨਾਂ ਦਾ ਸੰਬੰਧ ਆਉਂਦਾ ਹੈ। ਭਗਵਾਨ ਕ੍ਰਿਸ਼ਨ ਜੀ ਦੇ ਸਮੇਂ ਦੁਆਪਰ ਯੁੱਗ ਵਿੱਚ ਵੀ ਜ਼ਿਕਰ ਆਉਂਦਾ ਹੈ। ਤੇ ਕਲਗੀਧਰ ਦੇ ਸਮੇਂ ਕਿੱਥੋਂ ਆ ਗਏ? ਖਾਲਸਾ ਜੀ ਬੇਨਤੀ ਹੈ, ਇਹ ਸਾਧ ਸੰਗਤ ਜੀ ਜਿਸਮੀ ਲੋਕ ਨਹੀਂ ਹਨ, ਸਰੀਰ ਨਹੀਂ ਹਨ, ਇਹ ਰੂਹਾਂ ਹਨ। ਰੂਹਾਂ ਕਦੀ ਮਰਦੀਆਂ ਨਹੀਂ, ਸਰੀਰ ਕਦੀ ਰਹਿੰਦੇ ਨਹੀਂ। ਇਹ ਅਕਾਲ ਪੁਰਖ ਦੀ ਵਾਹਿਗੁਰੂ ਦੀ ਗੁਪਤ ਖੇਡ ਹੈ। ਮਹਾਰਾਜ ਦੀ ਬਾਣੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਕਤੀ ਆਉਂਦੀ ਹੈ, ਨਾਰਦ ਸਾਰਦ ਕਰਹਿ ਖਵਾਸੀ, ਪਾਸ ਬੈਠੀ ਬੀਬੀ ਕੌਲਾ ਦਾਸੀ। ਉਹ ਨਾਰਦ ਸਾਰਦ ਖਵਾਸੀ ਮੈਨੇ ਸੇਵਾ ਕਰਦੇ, ਨੌਕਰੀ ਕਰਦੇ ਪਰਮੇਸ਼ਰ ਦੀ। ਤੇ ਇੱਥੇ ਲਿਖਿਆ ਕਰਹਿ, ਕਰਦੇ ਹਨ, ਪ੍ਰੈਜ਼ੈਂਟ ਵਿੱਚ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਯਾਨੀ ਇਹ ਨਹੀਂ ਕਿ ਪਾਸਟ ਦੀ ਗੱਲ ਨਹੀਂ, ਪ੍ਰੈਜ਼ੈਂਟ 'ਚ ਕਿਹਾ ਹੈ, ਵਰਤਮਾਨ 'ਚ ਕਿਹਾ। ਇਹਦਾ ਮਤਲਬ ਇਹ ਹਰ ਸਮੇਂ ਹੁੰਦੇ ਹਨ। ਇਹ ਗੁਰੂ ਸਾਹਿਬ ਜੀ ਦੀਆਂ ਗੁਪਤ ਖੇਡਾਂ ਹਨ। ਇਹ ਬੁੱਧੀ ਪੱਧਰ ਤੇ ਨਹੀਂ ਸਮਝੀਆਂ ਜਾ ਸਕਦੀਆਂ, ਕਿਉਂਕਿ ਬੁੱਧੀ ਪਾਸਟ, ਪ੍ਰੈਜ਼ੈਂਟ ਤੇ ਵਰਤਮਾਨ ਦੇ ਵਿੱਚ ਵਰਤਦੀ ਹੈ। ਗੁਰੂ ਤਿੰਨਾਂ ਕਾਲਾਂ ਤੋਂ ਪਰੇ ਹੈ, ਤ੍ਰਿਕਾਲ ਅਤੀਤ ਹੈ ਗੁਰੂ ਦੀ ਅਵਸਥਾ। ਜਿੱਥੇ ਗੁਰੂ ਦੀ ਖੇਡ ਹੈ ਉੱਥੇ ਨਾ ਟਾਈਮ ਪਹੁੰਚੇ ਨਾ ਬੁੱਧੀ ਪਹੁੰਚੇ। ਉਹਦਾ ਤਿੰਨਾਂ ਗੁਣਾ ਤੋਂ ਉੱਥੇ ਚੌਥੀ ਪਦਵੀ 'ਚ ਬਿਰਾਜਮਾਨ, ਚੌਥੀ ਪਦਵੀ ਗੁਰ ਕੀ ਉੱਚੀ। ਸ੍ਰੀ ਕਲਗੀਧਰ ਜੀ ਦੇ ਚਰਨਾਂ ਵਿੱਚ ਨਾਰਦ ਮੁਨੀ ਜੀ ਨੇ ਐਸੇ ਦੁਰਲਭ ਖੰਭ ਭੇਟਾ ਕੀਤੇ ਜੋ ਹੁਮਾ ਪੰਛੀ ਦੇ ਸਨ, ਅਨਲ ਪੰਛੀ ਦੇ ਸਨ। ਬਾਣੀ ਵਿੱਚ 2 ਵਾਰੀ ਕਲਗੀਧਰ ਜੀ ਨੇ ਉਹਦਾ ਜ਼ਿਕਰ ਕੀਤਾ ਹੈ। ਅਕਾਲ ਉਸਤਤ ਵਿੱਚ ਅਨਲ ਪੰਛੀ ਕਿਹਾ ਹੈ। ਪੰਛੀ ਅਨਲ ਆਕਾਸ਼ ਡੋਲਬੋ ਕਰਤ ਹੈ। ਉਹ ਕਹਿੰਦੇ ਅਨਲ ਪੰਛੀ ਆਕਾਸ਼ ਵਿੱਚ ਹੀ ਰਹਿੰਦਾ ਹੈ, ਆਕਾਸ਼ ਵਿੱਚ ਹੀ ਆਂਡਾ ਦਿੰਦਾ ਹੈ। ਜਦੋਂ ਉਹਦਾ ਆਂਡਾ ਥੱਲੇ ਨੂੰ ਆਉਂਦਾ ਤੇ ਉਹਦੇ ਵਿੱਚੋਂ ਬੱਚਾ ਨਿਕਲ ਕੇ ਉਡਾਰੀ ਮਾਰ ਕੇ ਫਿਰ ਆਪਣੇ ਮਾਤਾ ਪਿਤਾ ਕੋਲ ਚਲਾ ਜਾਂਦਾ ਹੈ। ਇਹ ਸਾਡੇ ਭਾਰਤ ਦੇ ਪ੍ਰਾਚੀਨ ਰਿਸ਼ੀਆਂ ਮੁਨੀਆਂ ਦੀ ਮਾਨਤਾ ਹੈ, ਉਹਨਾਂ ਦੇ ਗ੍ਰੰਥਾਂ ਦਾ ਇਹ ਲੇਖ ਹੈ। ਅਨਲ ਉਹਦਾ ਨਾਮ ਹੈ। ਉਧਰੋਂ ਇਸੇ ਪੰਛੀ ਨੂੰ ਫਾਰਸੀ ਦੇ ਵਿੱਚ, ਈਰਾਨ ਦੇ ਵਿੱਚ ਹੁਮਾ ਕਹਿੰਦੇ ਨੇ। ਹੁਮਾ ਪੰਛੀ ਦਾ ਛਾਇਆ ਜਿਹੜੇ ਬੰਦੇ ਦੇ ਸਿਰ ਤੇ ਪੈ ਜਾਵੇ ਉਹ ਬਾਦਸ਼ਾਹ ਬਣ ਜਾਂਦਾ ਹੈ। ਮਹਾਰਾਜ ਕਲਗੀਧਰ ਜੀ ਜ਼ਫਰਨਾਮੇ ਵਿੱਚ ਕਹਿੰਦੇ ਹਨ ਕਿ ਔਰੰਗਜ਼ੇਬ ਮੇਰੇ ਸਿਰ ਤੇ ਹੁਮਾ ਦਾ ਛਾਇਆ ਹੈ। ਹੁਮਾ ਮੈਨੇ ਉਹ ਅਕਾਲ ਪੁਰਖ ਪਰਮੇਸ਼ਰ ਦਾ ਮੇਰੇ ਸਿਰ ਤੇ ਛਾਇਆ ਹੈ। ਤੇਰੇ ਵਰਗੇ ਕਾਂ ਮੇਰਾ ਕੁਝ ਨਹੀਂ ਵਿਗਾੜ ਸਕਦੇ। ਇਹ 2 ਵਾਰੀ ਬਾਣੀ ਵਿੱਚ ਜ਼ਿਕਰ ਆਇਆ। ਇੱਥੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹੁਮਾ ਦੇ ਪਰ, ਅਨਲ ਪੰਛੀ ਦੇ ਪਰ ਨਾਰਦ ਮੁਨੀ ਜੀ ਨੇ ਭੇਟਾ ਕੀਤੇ, ਕੁਝ ਰੂਹਾਨੀਅਤ ਦੀਆਂ ਗੱਲਾਂ ਕੀਤੀਆਂ। ਸ੍ਰੀ ਕਲਗੀਧਰ ਪਾਤਸ਼ਾਹ ਨੂੰ ਵਿਰਾਟ ਰੂਪ ਵਿੱਚ, ਬ੍ਰਹਮ ਰੂਪ ਵਿੱਚ ਦਰਸਾਇਆ, ਉਪਮਾ ਕੀਤੀ ਔਰ ਸਤਿਗੁਰੂ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਨਾਰਦ ਮੁਨੀ ਜੀ ਗੁਪਤ ਹੋ ਗਏ, ਅਲੋਪ ਹੋ ਗਏ। ਖਾਲਸੇ ਨੇ ਪੁੱਛਿਆ, ਮਹਾਰਾਜ ਇਹ ਸਾਧੂ ਕੌਣ ਸੀ, ਕਿੱਥੋਂ ਆਇਆ ਸੀ? ਨਾ ਆਉਂਦਾ ਦਿਸਿਆ ਨਾ ਜਾਂਦਾ ਦਿਸਿਆ। ਮਹਾਰਾਜ ਕਹਿੰਦੇ ਮਾਤ ਲੋਕ ਦਾ ਸਾਧੂ ਨਹੀਂ ਸੀ, ਇਹ ਦੇਵਲੋਕ ਦਾ ਸਾਧੂ ਸੀ। ਇਹ ਪਰਮੇਸ਼ਰ ਦੀ ਭਗਤੀ ਇੱਥੋਂ ਆਰੰਭ ਹੋਈ ਹੈ। ਜਿਹੜੇ ਵਿਦਵਾਨ ਲੋਕ ਨੇ ਉਹਨਾਂ ਨੂੰ ਪੁੱਛੋ ਕਿ ਭਗਤੀ ਸੂਤਰ ਕਿਸ ਨੇ ਲਿਖਿਆ ਹੈ। ਜੋ ਭਗਤੀ ਦਾ ਫਾਰਮੂਲਾ, ਭਗਤੀ ਦੇ ਮੂਲ ਸਰੋਤ ਹਨ, ਉਹ ਨਾਰਦ ਦੇ ਲਿਖੇ ਹੋਏ ਭਗਤੀ ਸੂਤਰ ਹਨ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਆਉਂਦਾ।
ਭਗਤ ਨਾਰਦੀ ਹਿਰਦੈ ਨ ਆਈ, ਕਾਛ ਪੂਛ ਤਨ ਦੀਨਾ, ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪੈ ਕਿਆ ਲੀਨਾ। ਪਰਿਓ ਕਾਲ ਸਵੈ ਜਗ ਉਪਰ, ਮਾਹੇ ਲਿਖੇ ਭਰਮ ਗਿਆਨੀ, ਕਉ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਸੋਰਠ ਰਾਗ ਵਿੱਚ ਭਗਤਾਂ ਦੀ ਬਾਣੀ 'ਚ ਪੰਕਤੀ ਹੈ, ਯਾਨੀ ਭਗਤੀ ਦਾ ਜੋ ਆਰੰਭ ਹੈ, ਭਗਤੀ ਦੀ ਜੋ ਸ਼ੁਰੂਆਤ ਹੈ, ਉਹ ਨਾਰਦ ਮੁਨੀ ਤੋਂ ਹੋਈ। ਇਹ ਬ੍ਰਹਮਾ ਦਾ ਵੱਡਾ ਪੁੱਤਰ ਹੈ, ਔਰ ਕਹਿੰਦੇ ਬ੍ਰਹਮਾ ਨੇ ਇਹਨੂੰ ਜਨਮ ਦਿੱਤਾ ਸੀ ਵੀ ਤੂੰ ਦੁਨੀਆ ਨੂੰ ਪੈਦਾ ਕਰ, ਸੰਸਾਰ ਨੂੰ ਪੈਦਾ ਕਰ, ਗ੍ਰਸਤੀ ਬਣ। ਪਰ ਇਹਨੂੰ ਵਿਰਾਗ ਹੋ ਗਿਆ, ਵਿਰਕਤੀ ਧਾਰਨ ਕਰਕੇ ਪਰਮੇਸ਼ਰ ਦੀ ਭਗਤੀ 'ਚ ਲੀਨ ਹੋ ਗਿਆ। ਨਾਰਦ ਹਰ ਵੇਲੇ ਨਾਰਾਇਣ 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 ਦਾ ਜਾਪ ਕਰਦੇ ਫਿਰਦੇ। ਬ੍ਰਹਮਾ ਨੇ ਉਦਾਸ ਹੋ ਕੇ 4 ਪੁੱਤਰ ਹੋਰ ਜੰਮੇ, ਜਿਨ੍ਹਾਂ ਦਾ ਨਾਮ ਸੀ ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ। ਉਹਨਾਂ ਨੂੰ ਕਿਹਾ ਵੀ ਤੁਸੀਂ ਵੱਡੇ ਹੋ ਕੇ ਤੇ ਪਰਿਵਾਰ ਚਲਾਣਾ ਹੈ, ਗ੍ਰਸਤੀ ਚਲਾਣੀ ਹੈ। ਨਾਰਦ ਮੁਨੀ ਘੁੰਮਦਾ ਘੁਮਾਉਂਦਾ ਘਰ ਆ ਗਿਆ। ਬ੍ਰਹਮਾ ਜੀ ਕਿਤੇ ਬਾਹਰ ਗਏ ਹੋਏ ਸਨ। ਉਹਨਾਂ ਨੇ 4 ਭਰਾਵਾਂ ਨੂੰ ਆਖਿਆ ਕਿ ਬਾਪੂ ਆਪ ਤੇ ਫਸਿਆ, ਤੁਹਾਨੂੰ ਵੀ ਫਸਾ ਦੇਗਾ। ਮੈਂ ਨਿਕਲ ਗਿਆ, ਤੁਸੀਂ ਵੀ ਨਿਕਲ ਜਾਓ, ਤੇ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਨਾਮ ਜਪ ਲਓ, ਜੀਵਨ ਸਫਲਾ ਕਰ ਲਓ। ਜੇ ਗ੍ਰਸਤੀ ਦੇ ਜੰਜਾਲ 'ਚ ਫਸ ਗਏ ਤੇ ਇਸੇ ਚੱਕੀ 'ਚੋਂ ਨਿਕਲ ਨਹੀਂ ਸਕੋਗੇ। ਉਹ ਕਹਿਣ ਲੱਗੇ ਫਿਰ ਕੀ ਕਰੀਏ? ਕਹਿੰਦੇ ਪਰਮੇਸ਼ਰ ਦਾ ਨਾਮ ਜਪੋ ਤੇ ਪਰਮਾਤਮਾ ਤੋਂ ਇਹ ਮੰਗ ਲਓ ਵੀ ਅਸੀਂ 4 ਸਾਲ ਦੇ ਹੀ ਰਹੀਏ, ਵੱਡੇ ਹੀ ਨਾ ਹੋਈਏ। ਕਿਉਂਕਿ 4 ਸਾਲ ਦੇ ਬੱਚੇ ਨੂੰ ਕੋਈ ਵਿਕਾਰ ਨਹੀਂ ਫੁਰਦਾ, ਤੇ ਜਦੋਂ ਵੱਡਾ ਹੋ ਜਾਂਦਾ ਉਹਨੂੰ ਚਿੰਤਾਵਾਂ, ਫਿਕਰ, ਪਰੇਸ਼ਾਨੀਆਂ, ਟੈਨਸ਼ਨਾਂ ਬੜੀਆਂ ਹੁੰਦੀਆਂ, ਘਰ ਦੇ ਜੰਜਾਲ ਹੁੰਦੇ ਨੇ, ਵਿਕਾਰਾਂ ਦਾ ਹਮਲਾ ਹੁੰਦਾ। ਕੀ ਕਰੀਏ? ਕਹਿੰਦੇ ਨਾਰਦ ਮੁਨੀ ਦੇ ਭਰਾ 4 ਉਹ ਵੀ ਮਗਰ ਲੱਗ ਪਏ, ਉਹ ਵੀ ਭਗਤੀ 'ਚ। ਨਾਰਦ ਮੁਨੀ ਦਾ ਇਹ ਗੱਲ ਸੁਣ ਕੇ ਵੇਖ ਕੇ ਬ੍ਰਹਮਾ ਨੂੰ ਬੜਾ ਗੁੱਸਾ ਆਇਆ। ਉਹਨੇ ਸ਼ਰਾਪ ਦੇਤਾ, ਜਾ ਤੂੰ ਭਟਕਦਾ ਹੀ ਫਿਰੇ, ਕਹਿੰਦੇ ਤੈਨੂੰ ਥਾਂ ਟਿਕਾਣਾ ਨਾ ਮਿਲੇ। ਉਦੋਂ ਦਾ ਨਾਰਦ ਮੁਨੀ ਇੱਕ ਥਾਂ ਤੇ ਨਹੀਂ ਟਿਕਦਾ, ਇੱਕ ਥਾਂ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਤੇ ਖਬਰ ਦਿੰਦਾ ਰਹਿੰਦਾ, ਕੰਨ 'ਚ ਫੂਕ ਮਾਰ ਦਿੰਦਾ। ਤੇਰੇ ਬਾਰੇ ਫਲਾਣਾ ਬੰਦਾ ਹੈ ਕਹਿੰਦਾ ਸੀ, ਉਹਨੂੰ ਦੂਜੇ ਨੂੰ ਕਹਿਣਾ ਤੇਰੇ ਬਾਰੇ ਇਹ ਕਹਿੰਦਾ ਸੀ। ਦੋਵਾਂ ਦੀ ਲੜਾਈ ਤਮਾਸ਼ਾ ਵੇਖਦਾ ਹੈ ਬੈਠ ਕੇ। ਮਹਾਰਾਜ ਦੀ ਬਾਣੀ ਵਿੱਚ ਸਾਰੇ ਪੱਖ ਆਏ ਹਨ ਦਸਮ ਦੇ ਵਿੱਚ। ਇੱਥੇ ਹੁਣ ਮਹਾਰਾਜ ਨੂੰ ਜਦੋਂ ਨਾਰਦ ਮੁਨੀ ਜੀ ਆ ਕੇ ਭੇਟਾ ਕਰਕੇ ਚਲੇ ਗਏ ਤੇ ਮਹਾਰਾਜ ਨੂੰ ਸਿੰਘਾਂ ਨੇ ਪੁੱਛਿਆ, ਮਹਾਰਾਜ ਇਹ ਖੰਭ ਕਾਹਦੇ ਹਨ? ਮਹਾਰਾਜ ਕਹਿੰਦੇ ਹੁਮਾ ਪੰਛੀ ਦੇ ਹਨ। ਇੱਕ ਸਿੰਘ ਨੂੰ ਭੇਜਿਆ ਵੀ ਜਾਓ, ਕਾਰੀਗਰ ਜਿੱਥੇ ਸਾਡਾ ਅਸਲੇ ਖਾਨੇ ਵਿੱਚ ਸਾਡੇ ਤੀਰ ਤਿਆਰ ਕਰ ਰਿਹਾ ਨਾ, ਉਹਦੇ ਕੋਲ ਜਾ ਕੇ ਇਹ ਖੰਭ ਦੇ ਦਿਓ, ਇਹ ਤੀਰ ਖੰਭਾਂ ਨੂੰ ਲਾ ਕੇ ਤੇ ਸਾਡੇ ਕੋਲ ਲੈ ਕੇ ਆਓ। ਸਿੰਘ ਨੇ ਜਾ ਕੇ ਕਾਰੀਗਰ ਨੂੰ ਉਹ ਖੰਭ ਦਿੱਤੇ। ਸ਼ਿਕਲੀਗਰਾਂ ਨੇ ਬੜੇ ਸੁੰਦਰ ਖੱਪਰੇ ਤੀਰ ਤਿਆਰ ਕਰਕੇ ਉਹ ਖੰਭ ਲਾਏ, ਸ੍ਰੀ ਕਲਗੀਧਰ ਜੀ ਕੋਲ ਲੈ ਆਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਲਸਾ ਜੀ ਅਸੀਂ ਤੀਰ ਚਲਾਵਾਂਗੇ ਤੇ ਤੁਸੀਂ ਲੱਭ ਕੇ ਲਿਆਉਣੇ ਨੇ। ਇੱਥੋਂ ਕਥਾ ਸ਼ੁਰੂ ਹੋ ਰਹੀ ਹੈ। ਮਨ ਬਿਰਤੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਜਾਂ ਵਾਲੇ ਹਜੂਰ ਦੇ ਚਰਨਾਂ 'ਚ ਜੋੜ ਲਈਏ, ਹਜੂਰ ਦੀ ਕਥਾ ਦਾ ਰਸ ਮਾਣੀਏ, ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਫਿਰਿਓ ਖਾਲਸਾ ਪਾਸਗਨ, ਮਹਾਰਾਜ ਦੇ ਕੋਲ ਸਾਰਾ ਖਾਲਸਾ ਖੜਾ ਹੈ। ਹੁਕਮ ਕਰਿਓ ਮਹਾਰਾਜ, ਤੇ ਮਹਾਰਾਜ ਆਪਣੇ ਮੁਖਾਲਬੇ ਤੋਂ ਹੁਕਮ ਕਰਦੇ ਹਨ। ਦੂਰ ਦੂਰ ਲਗ ਖਰੇ ਰਹੋ, ਮਹਾਰਾਜ ਕਹਿੰਦੇ ਸਿੰਘੋ ਦੂਰ ਦੂਰ ਹੋ ਕੇ ਖਲੋ ਜਾਓ, ਬਾਣ ਖੋਜ ਬੇਕਾਜ। ਅਸੀਂ ਅਸੀਂ ਹੁਣ ਤੀਰ ਚਲਾਉਣ ਲੱਗੇ ਆ ਤੇ ਇਹ ਤੀਰ ਅਸਮਾਨ ਤੋਂ ਥੱਲੇ ਜਦੋਂ ਆਉਣਗੇ ਤੇ ਤੁਸੀਂ ਲੱਭ ਕੇ ਵਾਪਸ ਲਿਆਉਣੇ ਹਨ। ਚੌਪਈ ਸੁਨ ਕਰ ਸਿੰਘ ਧਾਏ ਕਰ ਗਏ, ਕਹਿੰਦੇ ਸਿੰਘ ਗੁਰੂ ਸਾਹਿਬ ਦਾ ਹੁਕਮ ਪਾ ਕੇ ਦੂਰ ਦੂਰ ਜਾ ਖਲੋਤੇ। ਕੋਈ 2-4 ਸਿੰਘ ਇੱਧਰ ਮੀਲ ਕਿਲੋਮੀਟਰ ਤੇ ਜਾ ਖਲੋਤੇ, ਕੋਈ ਇੱਧਰ ਜਾ ਖਲੋਤੇ, ਤੇ ਕੋਈ ਨੇੜੇ ਕੋਈ ਇੱਧਰ। ਦੂਰ ਦੂਰ ਸਿੰਘਾਂ ਨੇ ਪੋਜੀਸ਼ਨਾਂ ਲੈ ਲੀਆਂ, ਅਸਮਾਨ ਵੱਲ ਦੇਖਣ ਲੱਗੇ ਹਨ। ਖਰੇ ਸੈਂਕੜੇ ਹੋਵਤ ਭਏ, ਕਹਿੰਦੇ ਸੈਂਕੜੇ ਹੀ ਸਿੰਘ ਖਲੋਤੇ ਹਨ, 1-2 ਨਹੀਂ, ਸੈਂਕੜੇ ਸਿੰਘ ਇਸ ਡਿਊਟੀ ਤੇ ਲੱਗ ਗਏ ਵੀ ਸਤਿਗੁਰਾਂ ਦੇ ਤੀਰ ਜਦੋਂ ਅਸਮਾਨ ਤੋਂ ਵਾਪਸ ਆਉਣੇ ਨੇ ਤੇ ਅਸੀਂ ਲੱਭ ਕੇ ਲਿਆਉਣੇ ਨੇ। ਪੂਰਬ ਦਿਸ਼ ਸ੍ਰੀ ਮੁਖ ਕੋ ਕਰ ਕੈ, ਮਹਾਰਾਜ ਕਲਗੀਧਰ ਪਾਤਸ਼ਾਹ ਨੇ ਚੜ੍ਹਦੇ ਸੂਰਜ ਵੱਲ ਈਸਟ ਵਾਲੇ ਪਾਸੇ ਮੂੰਹ ਕੀਤਾ ਹੈ। ਚਾਂਪ ਕਠੋਰ ਆਪ ਕਰ ਧਰ ਕੈ, ਔਰ 9 ਟੰਕਾ ਭਾਰੀ ਧਨੁਸ਼ ਜਿਹਦੀ ਮਾਰ ਬਹੁਤ ਮੀਲਾਂ ਤੱਕ ਜਾਂਦੀ, ਤੀਰ ਨੂੰ ਲਿਜਾਂਦੀ ਹੈ, ਉਹ ਆਪਣੇ ਹੱਥ ਵਿੱਚ ਪਕੜ ਲਿਆ ਹੈ। ਕੈਂਚਿਓ ਬਾਣ ਸੰਧ ਕੈ ਬਲ ਤੇ, ਤੇ ਉਹ ਨਾਰਦ ਮੁਨੀ ਦੇ ਭੇਟਾ ਕੀਤੇ ਖੰਭ ਜਿਨ੍ਹਾਂ ਤੀਰਾਂ ਨੂੰ ਲੱਗੇ ਸਨ,
ਉਹ ਪੰਚ ਵਿੱਚ ਚਾੜ ਕੇ ਚਿੱਲੇ ਚਾੜ ਕੇ ਸਤਿਗੁਰੂ ਜੀ ਨੇ ਖਿੱਚੇ ਹਨ। ਸਕਲ ਵਿਲੋਕਤ ਹੈ ਤਿਸ ਚਲਤੇ, ਜਦੋਂ ਤੀਰ ਚੱਲਣ ਲੱਗਾ ਹੈ, ਜਦੋਂ ਕਲਗੀ ਪਾਤਸ਼ਾਹ ਤੀਰ ਚਲਾਉਣ ਲੱਗੇ ਹਨ, ਉਸ ਵੇਲੇ ਸਾਰਾ ਖਾਲਸਾ ਉਧਰ ਧਿਆਨ ਨਾਲ ਦੇਖ ਰਿਹਾ ਹੈ। ਕਹਿਓ ਗੁਰੂ ਦੇਖੋ ਨ ਵਜੈ ਹੈ, ਮਹਾਰਾਜ ਕਹਿੰਦੇ ਖਾਲਸਾ ਜੀ ਵੇਖੋ ਹੁਣ ਇਹ ਆਕਾਸ਼ ਨੂੰ ਜਾਣਗੇ ਤੀਰ। ਰੱਖੋ ਦ੍ਰਿਸ਼ਟ ਤਰੇ ਉਤਰੈ ਹੈ, ਤੇ ਧਿਆਨ ਰੱਖਿਆ ਜੇ ਜਦੋਂ ਵਾਪਸ ਥੱਲੇ ਆਉਣਗੇ। ਛੋਰਿਓ ਜਬੈ ਮਹਾਤਨ ਹੋਈ, ਜਦੋਂ ਸਾਧ ਸੰਗਤ ਜੀ ਕਮਾਨ ਚੋਂ ਮਹਾਰਾਜ ਨੇ ਤੀਰ ਛੱਡਿਆ ਨਾ, ਸ਼ੁਕਾਟੇ ਹੀ ਪਾਉਂਦਾ ਗਿਆ, ਬੜੀ ਉਹਦੀ ਆਵਾਜ਼ ਆਈ, ਸ਼ੂਕਦਾ ਗਿਆ ਅਸਮਾਨ ਵੱਲ। ਗਰਜ ਸੁਣੀ ਸਭ ਗਮਨਿਓ ਸੋਈ, ਜਿੰਨੀ ਰਫ਼ਤਾਰ ਨਾਲ ਤੀਰ ਜਾਏਗਾ ਹਵਾ ਨੂੰ ਚੀਰਦਾ ਜਾਏਗਾ ਤੇ ਉਹਦੀ ਆਵਾਜ਼ ਆਏਗੀ। ਮਹਾਰਾਜ ਨੇ ਇੰਨੀ ਰਫ਼ਤਾਰ ਨਾਲ ਤੀਰ ਛੱਡਿਆ, ਅਸਮਾਨ ਵੱਲ ਗਿਆ, ਬੜਾ ਗਰਜ ਕੇ ਗਿਆ। ਰਹੇ ਦੇਖਤੇ ਦ੍ਰਿਗਨ ਲਗਾਏ, ਕਹਿੰਦੇ ਦੂਰ ਦੂਰ ਤਾਈਂ ਸਿੰਘ ਖੜੇ ਸਨ, ਸਾਰੇ ਦੇਖ ਰਹੇ ਸਨ ਤੀਰ ਨੂੰ ਜਾਂਦਿਆਂ ਹੋਇਆਂ। ਗਇਓ ਪਤੰਗ ਨ ਪਰੈ ਦਿਖਾਏ, ਪਰ ਤੀਰ ਇੰਨਾ ਉੱਚਾ ਚਲਾ ਗਿਆ, ਇੰਨਾ ਦੂਰ ਚਲਾ ਗਿਆ ਵੀ ਸਿੰਘਾਂ ਦੀ ਦ੍ਰਿਸ਼ਟੀ ਉੱਥੇ ਪਹੁੰਚ ਨਹੀਂ ਸਕਦੀ। ਬਹੁਰ ਦੂਸਰੋ ਤਿਆਗਨ ਕੀਨ, ਜਦੋਂ ਇੱਕ ਤੀਰ ਚਲਾ ਗਿਆ, ਮਹਾਰਾਜ ਨੇ ਦੂਜਾ ਤੀਰ ਚਿੱਲੇ ਚਾੜ ਕੇ ਛੱਡਿਆ। ਤੀਸਰ ਚਾਂਪ ਐਂਚ ਤਬ ਦੀਨ, ਉਸ ਤੋਂ ਬਾਅਦ ਤੀਸਰਾ ਤੀਰ ਵੀ ਕਮਾਨ ਵਿੱਚ ਪਾ ਕੇ ਛੱਡਿਆ। ਤਿਮਹੀ ਚੌਥੇ ਦਇਓ ਚਲਾਏ, ਇਸ ਤਰ੍ਹਾਂ ਚੌਥਾ ਤੀਰ ਵੀ ਸਤਿਗੁਰੂ ਜੀ ਨੇ ਚਲਾਇਆ। ਬਹੁਰ ਪੰਚਮੋ ਗਾਜਤ ਜਾਏ, ਤੇ ਪੰਜਵਾਂ ਤੀਰ ਜਦੋਂ ਛੱਡਿਆ ਤੇ ਉਹ ਵੀ ਸ਼ੁਕਾਟੇ ਪਾਉਂਦਾ ਹੋਇਆ ਆਕਾਸ਼ ਵੱਲ ਗਿਆ। ਸਭ ਸੋ ਕਹਿ ਕਹਿ ਤਿਆਗਨ ਕਰੈ, ਮਹਾਰਾਜ ਸਾਰਿਆਂ ਨੂੰ ਦੱਸ ਦੱਸ ਕੇ ਵਿਖਾ ਵਿਖਾ ਕੇ ਚਲਾ ਰਹੇ ਸਨ। ਆਹ ਦੇਖੋ ਚਲਾਉਣ ਲੱਗੇ ਆ, ਦੇਖਿਆ ਜੇ ਧਿਆਨ ਨਾਲ। ਤੇ ਸਿੰਘ ਦੇਖ ਰਹੇ ਸਨ ਵੀ ਕਮਾਨ ਵਿੱਚ ਤੀਰ ਪਿਆ ਹੋਇਆ, ਮਹਾਰਾਜ ਖਿੱਚ ਰਹੇ ਨੇ, ਪਰ ਜਦੋਂ ਮਹਾਰਾਜ ਛੱਡਦੇ ਨੇ ਉਦੋਂ ਨਜ਼ਰ ਨਹੀਂ ਆਉਂਦਾ। ਉਪਰ ਦੂਰ ਦ੍ਰਿਸ਼ਟ ਨਹਿ ਧਰੈ, ਉੱਪਰ ਜਾਂਦਾ ਕਿੱਧਰ ਹੈ? ਅਸਮਾਨ ਵੱਲ। ਬੜੀ ਰਫ਼ਤਾਰ ਹੈ, ਬੜੀ ਸਪੀਡ ਹੈ ਤੀਰ ਦੀ। ਦੇਖਤ ਰਹੇ ਖਰੇ ਸਭ ਕੋ ਹੋਏ, ਕਹਿੰਦੇ ਸਭ ਦੇਖ ਰਹੇ ਨੇ ਧਿਆਨ ਦੇ ਨਾਲ। ਆਵਹਿ ਤੀਰ ਪ੍ਰਤੀਖੈ ਸੋਏ, ਤੀਰ ਵਾਪਸ ਆਉਣਗੇ ਉਡੀਕਦੇ ਨੇ ਸਿੰਘ। ਬੀਤਿਓ ਜਾਮ ਰਹੇ ਤਹਿ ਠਾਂਡੇ, ਕਹਿੰਦੇ ਤੀਰ ਵਾਪਸ ਹੀ ਨਹੀਂ ਆਏ। ਘੜੀ ਦੋ ਘੜੀ, ਕਿਉਂਕਿ ਜਦੋਂ ਤੀਰ ਉੱਪਰ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ, ਤੁਹਾਡਾ ਅਨੁਮਾਨ ਵੀ ਹੋਣਾ, ਵੱਧ ਤੋਂ ਵੱਧ 2 ਮਿੰਟ ਦੇ ਵਿੱਚ ਵਾਪਸ ਆ ਜਾਣਾ ਚਾਹੀਦਾ। ਇਹ ਘੜੀਆਂ ਲੰਘ ਗਈਆਂ, 2 ਘੜੀਆਂ ਲੰਘ ਗਈਆਂ, ਘੰਟਾ ਲੰਘ ਗਿਆ। ਕਹਿੰਦੇ ਇੱਕ ਪਹਿਰ ਤਾਈਂ ਸਿੰਘ ਦੇਖਦੇ ਰਹੇ ਵੀ ਕਿਧਰੋਂ ਅਸਮਾਨ ਤੋਂ ਤੀਰ, ਕਿਉਂਕਿ ਸਿੰਘਾਂ ਨੂੰ ਇਹ ਤਾਂ ਭਰੋਸਾ ਸੀ ਵੀ ਸਤਿਗੁਰਾਂ ਦੇ ਚਲਾਏ ਹੋਏ ਤੀਰ ਨੇੜੇ ਨਹੀਂ ਰੁਕਦੇ। ਉਹ ਤਾਂ ਵੇਖਿਆ ਸੀ ਮਹਾਰਾਜ 7-7 ਮੀਲ ਤੇ ਤਾਂ ਨਿਸ਼ਾਨਾ ਧਰਤੀ ਤੇ ਮਹਾਰਾਜ ਨੇ ਮਾਰਿਆ। ਇੱਕ ਦਿਨ ਜਦੋਂ ਘੇਰਾ ਪਿਆ ਹੋਇਆ ਸੀ ਅਨੰਦਪੁਰ ਸਾਹਿਬ ਨੂੰ, ਤੇ ਪਹਾੜੀ ਰਾਜੇ ਤੇ 22 ਧਾਰ ਦੇ ਰਾਜੇ ਤੇ ਸੂਬਾ ਸਰਹੰਦ ਤੇ ਸੂਬਾ ਲਾਹੌਰ, ਇਹ ਸਾਰੇ ਬਹਿ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ 7 ਮੀਲ ਦੀ ਦੂਰੀ ਤੇ ਸ਼ਤਰੰਜ ਖੇਡ ਰਹੇ ਸਨ ਤੇ ਗੱਲਾਂ ਕਰ ਰਹੇ ਸਨ। ਕਹਿੰਦੇ ਕਰੀਏ ਕੀ, ਗੁਰੂ ਦੇ ਤੀਰਾਂ ਦੀ ਮਾਰ ਹੀ ਬੜੀ ਹੈ, ਦੂਰ ਦੂਰ ਤਾਈਂ ਤੀਰ ਮਾਰਦਾ ਗੁਰੂ। ਕਹਿੰਦੇ ਇੱਕ ਇੱਕ ਤੀਰ ਨਾਲ 7 ਨੂੰ 8 ਨੂੰ 10 ਨੂੰ ਪਾਰ ਬੁਲਾ ਦਿੰਦਾ। ਅਜੇ ਉਹ ਗੱਲਾਂ ਕਰ ਹੀ ਰਹੇ ਸਨ ਕਿ 10ਵੇਂ ਪਾਤਸ਼ਾਹ ਦੂਰਬੀਨ ਦੇ ਨਾਲ ਦੇਖ ਕੇ ਨਾ ਉਹਨਾਂ ਨੂੰ ਤੇ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਤੀਰ ਛੱਡਿਆ ਤੇ ਜਾ ਕੇ ਨਾ ਜਿਹੜੇ ਉਹ ਪਲੰਗ ਤੇ ਬੈਠੇ ਸਨ, ਜਿਹੜੇ ਵੱਡੇ ਸਾਰੇ ਤਖਤ ਪੋਸ਼ ਦੇ ਉੱਤੇ ਉਹਨਾਂ ਨੇ ਸ਼ਤਰੰਜ ਵਿਛਾਈ ਹੋਈ ਸੀ, ਉਹਦੇ ਪਾਵੇ 'ਚ ਵੱਜਾ ਤੇ ਉਹਦੀਆਂ ਚੂਲਾਂ ਹਿਲਾ ਦਿੱਤੀਆਂ ਤੇ ਉਹ ਤੀਰ ਵਿੱਚ ਧਸ ਗਿਆ ਲੱਕੜ ਦੇ ਵਿੱਚ। ਡਰ ਗਏ, ਭੈ ਪੀ ਤੇ ਮਾਰ ਕੇ ਛਾਲਾਂ 10-10 ਕਦਮ ਇੱਧਰ ਉੱਧਰ ਲੁੱਕ ਗਏ। ਕਹਿੰਦੇ ਗੁਰੂ ਦੇ ਤੀਰ ਆ ਰਹੇ ਨੇ, ਗੁਰੂ ਇੱਥੇ ਮਾਰ ਰਿਹਾ, ਜੇ ਇੱਕ ਪਾਵੇ ਨੂੰ ਪਾੜ ਦਿੱਤਾ ਤੇ ਮੰਜਾ ਹਿਲਾ ਦਿੱਤਾ, ਜੇ ਸਾਨੂੰ ਕਿਸੇ ਨੂੰ ਤੀਰ ਵੱਜਦਾ ਛੱਡਣਾ ਸੀਗਾ। ਕਹਿੰਦੇ ਨਿਸ਼ਾਨਾ ਗੁਰੂ ਦਾ ਬਹੁਤ ਦੂਰ ਤੱਕ ਮਾਰ ਕਰਦਾ। ਫਿਰ ਕਹਿੰਦੇ ਇਹ ਗੁਰੂ ਕਰਾਮਾਤ ਨਾਲ, ਸ਼ਕਤੀ ਨਾਲ ਤੀਰ ਚਲਾਉਂਦਾ। ਗੁਰੂ ਕੋਲ ਕੋਈ ਰੂਹਾਨੀ ਪਾਵਰ ਹੈ, ਕੋਈ ਰੱਬੀ ਸ਼ਕਤੀ ਹੈ। ਆਪਸ ਚ ਗੱਲਾਂ ਕਰ ਰਹੇ, ਗੁਰੂ ਜਾਦੂਗਰ ਹੈ, ਗੁਰੂ ਕਰਾਮਾਤੀ ਹੈ, ਏਦਾਂ ਦੀਆਂ ਗੱਲਾਂ ਕਰ ਰਹੇ। ਕਲਗੀਧਰ ਪਾਤਸ਼ਾਹ ਨੇ ਦੂਜਾ ਚਿੱਠੀ ਨਾਲ ਲਿਖ ਕੇ ਭੇਜੀ। ਚਿੱਠੀ 'ਚ ਕੀ ਲਿਖਿਆ? ਰਾਜਿਓ, ਇਹ ਕੋਈ ਕਰਾਮਾਤ ਨਹੀਂ ਹੈ, ਇਹ ਕੋਈ ਜਾਦੂ ਨਹੀਂ ਹੈ, ਇਹ ਮੇਰੀ ਪ੍ਰੈਕਟਿਸ ਹੈ, ਮੇਰੀ ਕਰਤੱਵ ਵਿਦਿਆ ਹੈ। ਉਸ ਅਕਾਲ ਪੁਰਖ ਦੀ ਕਿਰਪਾ ਨਾਲ ਮੈਂ ਆਪਣੇ ਅਭਿਆਸ ਨਾਲ ਤੀਰ ਮਾਰਿਆ, ਮੈਂ ਕਰਾਮਾਤ ਨਾਲ ਨਹੀਂ ਮਾਰਿਆ। ਜੇ ਕਰਾਮਾਤ ਨਾਲ ਮਾਰਨ ਤੇ ਸਾਰੀ ਧਰਤੀ ਉਡਾ ਦੇਣ ਮਹਾਰਾਜ ਨੇ ਕਰਾਮਾਤ ਵਰਤੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਮਕੌਰ ਦੇ ਜੰਗ ਵਿੱਚ ਉਦੋਂ ਮਹਾਰਾਜ ਨੇ ਤੀਰ ਛੱਡਿਆ ਜਦੋਂ ਸ਼ਾਮ ਨੂੰ 3 ਸਿੰਘ ਹੀ ਮਹਾਰਾਜ ਕੋਲ, 5 ਸਿੰਘ ਹੀ ਰਹਿ ਗਏ ਸਨ ਤੇ ਬਾਕੀ ਸ਼ਹੀਦ ਹੋ ਗਏ ਸਨ। ਰਹਿਰਾਸ ਦਾ ਪਾਠ ਕਰਨ ਲੱਗੇ
ਤੇ ਲੱਖਾਂ ਫੌਜਾਂ ਨੇ ਹੱਲਾ ਕਰਤਾ। ਫਿਰ ਮਹਾਰਾਜ ਨੇ ਆਖਿਆ ਹੁਣ ਵਰਤਣੀ ਪੈਣੀ ਹੈ ਜੁਗਤੀ। ਫਿਰ ਤੀਰ ਛੱਡਿਆ, 10,000 ਫੌਜ ਸੁਸਰੀ ਤਰ੍ਹਾਂ ਸਵਾ ਦਿੱਤੀ ਸਤਿਗੁਰਾਂ ਨੇ। ਫਿਰ ਡਰ ਕੇ ਭੱਜ ਗਏ ਪਿਛਾਂ ਨੂੰ ਵੀ ਗੜੀ ਵੱਲ ਜਾਵਾਂਗੇ ਤੇ ਤਬਾਹੀ ਮਚ ਜਾਏਗੀ। ਪਰ ਮਹਾਰਾਜ ਲੱਗਦੇ ਵਸ ਕਦੀ ਕਰਾਮਾਤ ਦੀ ਵਰਤੋਂ ਨਹੀਂ ਕਰਦੇ। ਕਹਿੰਦੇ ਮੇਰੀ ਕਰਾਮਾਤ ਨਹੀਂ, ਇਹ ਮੇਰਾ ਕਰਤੱਵ ਹੈ। ਇਹ ਚਿੱਠੀ ਲਿਖ ਕੇ ਦੁਬਾਰਾ ਫਿਰ ਤੀਰ ਛੱਡਿਆ। ਉਹ ਜਿਹੜੇ ਦਰਖਤ ਦੇ ਥੱਲੇ ਮੰਜਾ ਡਾਇਆ ਸੀ ਉਹਦੇ ਤਣੇ 'ਚ ਮਾਰਿਆ, ਉਹ ਦਰਖਤ ਵੀ ਹਿਲਾ ਦਿੱਤਾ। ਫਿਰ ਡਰਦੇ ਡਰਦੇ ਵੇਖਿਆ, ਜਾ ਕੇ ਚਿੱਠੀ ਲਿਖੀ ਹੈ, ਖੋਲ ਕੇ ਪੜ੍ਹੀ ਤੇ ਕਹਿੰਦਾ ਵੀ ਮੇਰੇ 'ਚ ਕਰਾਮਾਤ ਕੋਈ ਨਹੀਂ। ਤੇ ਇਹ ਕਰਾਮਾਤ ਕੋਈ ਵੀ ਨਹੀਂ ਜਿਹੜੀ ਗੱਲਾਂ ਅਸੀਂ ਕਿੱਥੇ ਕਰ ਰਹੇ ਹਾਂ, ਉੱਥੇ ਬੈਠਾ ਸੁਣ ਰਿਹਾ। ਜੇ ਅਸੀਂ ਕਰਾਮਾਤ ਨਹੀਂ, ਕਹਿੰਦਾ ਮੈਂ ਕਰਾਮਾਤ ਨਾਲ ਤੀਰ ਨਹੀਂ ਮਾਰਿਆ। ਇਹ ਤਾਂ ਠੀਕ ਹੈ ਵੀ ਕਰਾਮਾਤ ਨਾਲ ਨਹੀਂ ਮਾਰਿਆ, ਪਰ ਇਹ ਵੀ ਤੇ ਕਰਾਮਾਤ ਹੈ ਵੀ ਜਿਹੜੀਆਂ ਗੱਲਾਂ ਅਸੀਂ ਇੱਥੇ ਬਹਿ ਕੇ ਕਰ ਰਹੇ ਹਾਂ ਉਹਦੇ ਬਾਰੇ ਉੱਥੇ ਸੁਣ ਰਿਹਾ। ਪਰ ਗੁਰੂ ਦੀ ਗਤ ਗੁਰੂ ਹੀ ਜਾਣਦਾ। ਆਖੋ ਸਤਿਨਾਮ ਸ੍ਰੀ। ਕਲਗੀਧਰ ਪਾਤਸ਼ਾਹ ਨੂੰ ਤੀਰ ਚਲਾਏ ਨੇ, 5 ਤੀਰ ਅਸਮਾਨ ਵੱਲ ਗਏ ਨੇ, ਵਾਪਸ ਨਹੀਂ ਆਏ। ਸਿੰਘ ਹਾਰ ਗਏ ਨੇ, ਥੱਕ ਗਏ ਨੇ, ਵੇਖ ਵੇਖ ਕੇ ਵੀ ਵਾਪਸ ਆਉਣਗੇ। ਅਖੀਰ ਮਹਾਰਾਜ ਕੋਲ ਇਕੱਠੇ ਹੋ ਕੇ ਆਏ ਨੇ। ਹਟ ਨਹਿ ਆਏ ਅਚਰਜ ਵੱਡੇ। ਕਹਿੰਦੇ ਬੜੇ ਹੈਰਾਨ ਨੇ ਬਈ ਗੁਰੂ ਸਾਹਿਬ ਦੇ ਤੀਰ ਚਲੇ ਕਿੱਥੇ ਗਏ, ਵਾਪਸ ਕਿਉਂ ਨਹੀਂ ਆਏ। ਪੁਨ ਸਭ ਸਤਿਗੁਰ ਨਿਕਟ ਪਹੁੰਚੇ। ਜਦੋਂ ਖਾਲਸੇ ਨੇ ਵੇਖਿਆ ਵੀ ਇੰਨਾ ਚਿਰ ਹੋ ਗਿਆ ਤੀਰ ਨਹੀਂ ਆਏ, ਦਾ ਮਤਲਬ ਆਉਣੇ ਨਹੀਂ, ਸਾਰੇ ਇਕੱਠੇ ਹੋ ਕੇ ਸਤਿਗੁਰਾਂ ਕੋਲ ਪਹੁੰਚੇ। ਪ੍ਰਭ ਜੀ ਦੇਖ ਰਹੇ ਹਮ ਉੱਚੇ। ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ, ਅਸੀਂ ਅਸਮਾਨ ਵੱਲ ਅੱਖਾਂ ਲਾ ਕੇ ਅੱਖ ਵੀ ਨਹੀਂ ਝਪਕੀ ਮਹਾਰਾਜ, ਬਈ ਤੀਰ ਕਿਤੇ ਸਾਡੀ ਅੱਖ ਤੋਂ ਓਝਲ ਨਾ ਹੋ ਜਾਵੇ। ਔਰ 1 2 ਨਹੀਂ, ਸੈਂਕੜੇ ਸਿੰਘ ਉੱਪਰ ਅਸੀਂ ਦੇਖਦੇ ਰਹੇ ਹਾਂ, ਤੀਰ ਵਾਪਸ ਨਹੀਂ ਆਏ। ਗਏ ਗਗਨ ਮਹਿ ਫਿਰੇ ਨਾ ਫੇਰੇ। ਮਹਾਰਾਜ ਆਕਾਸ਼ ਵੱਲ ਜਾਂਦੇ ਵੇਖੇ ਨੇ, ਤੁਹਾਡੇ ਕਮਾਨ ਚੋਂ ਨਿਕਲਦੇ ਵੇਖੇ ਨੇ, ਮੁੜ ਕੇ ਵਾਪਸ ਨਹੀਂ ਆਉਂਦੇ ਵੇਖੇ। ਦੂਰ ਦੂਰ ਥਿਰ ਹੋਏ ਤੇ ਹੇਰੇ। ਦੂਰ ਦੂਰ ਤੱਕ ਮਹਾਰਾਜ ਵੇਖਿਆ ਖਲੋ ਕੇ, ਕਿਉਂਕਿ ਤੀਰ ਉੱਪਰ ਜਾਂਦਾ, ਜਿੰਨਾ ਉੱਪਰ ਜਾਂਦਾ ਉਹਨਾਂ ਦੂਜੇ ਪਾਸੇ ਵੀ ਜਾ ਸਕਦਾ। ਜਿੰਨੀ ਉੱਪਰ ਰੇਂਜ ਵਿੱਚ ਜਾਏਗਾ, ਜੇ ਮੰਨ ਲਓ ਕਿਲੋਮੀਟਰ ਇਹਦੇ ਉੱਪਰ ਜਾਏਗਾ ਤਾਂ ਕਿਲੋਮੀਟਰ ਇੱਧਰ ਵੀ ਡਿੱਗ ਸਕਦਾ। ਜੇ ਉਸ ਤੋਂ ਜ਼ਿਆਦਾ ਉੱਪਰ ਜਾਏਗਾ ਤੇ ਹੋਰ ਉਧਰ ਹਵਾ ਨਾਲ ਜਾ ਸਕਦਾ। ਅਸੀਂ ਦੂਰ ਦੂਰ ਤੱਕ ਨਿਗਾਹ ਮਾਰੀ ਆ ਵੀ ਤੀਰ ਕਿਤੇ ਡਿੱਗਿਆ ਹੋਵੇ। ਤਰੇ ਧਰਾ ਪਰ ਸੋ ਨਹਿ ਆਏ। ਪਰ ਮਹਾਰਾਜ ਪੱਕੀ ਗਰੰਟੀ ਆ, ਉਹ ਤੀਰ ਧਰਤੀ ਤੇ ਵਾਪਸ ਨਹੀਂ ਆਏ। ਜੇ ਆਵਤ ਦਿਖੀ ਹੈ ਸਮੁਦਾਇ। ਜੇ ਆਉਂਦੇ ਤੇ ਜ਼ਰੂਰ ਦਿਸਣੇ ਸਨ। ਗਰਜਤ ਪੁਨ ਕੋ ਮੇਘ ਸਮਾਨਾ। ਮਹਾਰਾਜ ਜਦੋਂ ਗਏ ਸੀ ਬੱਦਲਾਂ ਨਾਲ ਗਰਜਦੇ ਗਏ ਸੀ, ਸ਼ੁਕਾਟੇ ਪਾਉਂਦੇ ਗਏ ਸੀ। ਸੋ ਹਮ ਸੁਨਤ ਰਹੇ ਥਿਰ ਕਾਨਾ। ਜਾਂਦੇ ਤੀਰਾਂ ਦੀ ਆਵਾਜ਼ ਸੁਣੀ ਹੈ, ਉਹਨਾਂ ਸ਼ੁਕਾਟੇ ਸੁਣੇ ਨੇ ਤੀਰਾਂ ਦੇ। ਗਏ ਦੂਰ ਪੁਨ ਸੁਣੀ ਨਾ ਹੋ ਸੋਈ। ਪਰ ਜਦੋਂ ਤੀਰ ਉੱਪਰ ਬਹੁਤ ਦੂਰ ਚਲੇ ਗਏ ਫਿਰ ਆਵਾਜ਼ ਸੁਣਾਈ ਨਹੀਂ ਦਿੱਤੀ। ਸਭ ਕੀਮਤ ਬਿਸਮਤ ਪਿਖ ਹੋਈ। ਅਸੀਂ ਸਾਰੇ ਹੈਰਾਨ ਆ, ਮਹਾਰਾਜ ਤੀਰ ਕਿੱਥੇ ਚਲੇ ਗਏ। ਸੁਨ ਪ੍ਰਭ ਕਹਿਓ ਨਾ ਉੱਪਰ ਕੋ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉੱਤੇ ਕੋਈ ਥਾਂ ਤਾਂ ਹੈ ਨਹੀਂ ਵੀ ਜਿੱਥੇ ਅਟਕ ਜਾਣਗੇ, ਕਿਉਂਕਿ ਤੀਰ ਕਿਤੇ ਨਾ ਕਿਤੇ ਅਟਕਣ ਵਾਸਤੇ ਕੋਈ ਥਾਂ ਹੋਵੇ ਤੇ ਉੱਤੇ ਅਟਕ ਜਾਵੇ। ਉੱਤੇ ਦੇ ਆਕਾਸ਼ ਹੈ ਖਾਲੀ, ਕਿੰਨੀ ਕੁ ਦੂਰ ਜਾਏਗਾ ਚੀਜ਼, ਫਿਰ ਥੱਲੇ ਆਣੀ ਹੈ। ਗਗਨ ਪੁਲਾੜ ਪਰਿਓ ਸਭ ਉਹ ਹੈ। ਕਿਉਂਕਿ ਆਕਾਸ਼ ਦਾ ਖਾਲੀ ਪੁਲਾੜ ਪਿਆ ਉੱਤੇ। ਕੋਈ ਲੱਖਾਂ ਮੀਲ ਹੈ ਕਿ ਕਰੋੜਾਂ ਮੀਲ ਹੈ ਕਿ ਅਰਬਾਂ ਮੀਲ ਹੈ ਕਿ ਖਰਬਾਂ ਮੀਲ ਹੈ ਕਿ ਉਹਨੂੰ ਵੀ ਹਜ਼ਾਰਾਂ ਗੁਣਾ ਕਰ ਲੋ, ਉਹ ਤਾਂ ਖਾਲੀ ਪਿਆ ਆਕਾਸ਼। ਫਿਰ ਹੋਇਆ ਬੋ ਕੋ ਥਾਨ ਨਾ ਕੋਈ। ਉੱਤੇ ਰੁਕਣ ਦੀ ਕੋਈ ਥਾਂ ਨਹੀਂ ਹੈ ਜਿੱਥੇ ਤੀਰ ਰੁਕ ਜਾਣਗੇ। ਕਹੇ ਨਾ ਕਿਨਹੂ ਨਾ ਕਿਤ ਗੇ ਸੋਈ। ਉੱਤੇ ਕਿਸੇ ਨੇ ਤੀਰ ਫੜ ਤਾਂ ਲਏ ਨਹੀਂ ਅਸਮਾਨ ਦੇ ਵਿੱਚ, ਜਿਹੜੇ ਉੱਤੇ ਹੀ ਰਹਿ ਗਏ ਹੋਣ। ਨੀਕੇ ਦੇਖ ਖੋਜ ਨਾ ਕਰੀਏ ਹੈ। ਭਾਈ ਚੰਗੀ ਤਰ੍ਹਾਂ ਲੱਭੋ, ਜਰਾ ਧਿਆਨ ਨਾਲ ਖੋਜੋ, ਕਿਤੇ ਤੁਹਾਡੀ ਅੱਖਾਂ ਤੋਂ ਓਹਲੇ ਨਾ ਡਿੱਗ ਪਏ ਹੋਣ ਕਿਤੇ। ਬਾਨ ਅਜਾਇਬ ਲਿਆਓ ਨਾ ਟਰੀਏ ਹੈ। ਬੜੇ ਕੀਮਤੀ ਤੀਰ ਨੇ ਉਹ, ਉਹਨਾਂ ਨੂੰ ਅਨਲ ਪੰਛੀ ਦੇ ਪਰ ਲੱਗੇ ਨੇ, ਖੰਭ ਲੱਗੇ ਨੇ। ਉਹ ਆਮ ਸਧਾਰਨ ਤੀਰ ਨਹੀਂ, ਸਾਡੇ ਬਹੁਤ ਮਹਿੰਗੇ ਤੀਰ ਨੇ। ਲੈ ਕੇ ਆਓ ਲੱਭ ਕੇ। ਕਹਾਂ ਗਏ ਕਹਿ ਦੇਹੋ ਬਤਾਏ। ਤੁਸੀਂ ਦੱਸੋ ਕਿੱਥੇ ਗਏ ਨੇ ਤੀਰ ਸਾਡੇ। ਬਾਨ ਬਕੀਮਤ ਦਏ ਚਲਾਏ। ਬੜੇ ਬੇਕੀਮਤੀ ਬੇਸ਼ਕੀਮਤੀ ਤੀਰ ਅਸੀਂ ਚਲਾਏ ਨੇ ਅੱਜ ਪੰਜੇਈ। ਸ੍ਰੀ ਮੁਖ ਤੇ ਸੁਨ ਕਹਿ ਸਿੱਖ ਕਹਿ। ਜਦੋਂ ਇਹ ਬਚਨ ਮਹਾਰਾਜ ਨੇ ਕਹੇ ਤੇ ਸਾਰਾ ਖਾਲਸਾ ਹੱਥ ਜੋੜ ਕੇ ਬੋਲਿਆ, ਹਮ ਨਹਿ ਭੇਵ ਤਿਨੋ ਕੋ ਲਹੈ। ਗਰੀਬ ਨਵਾਜ਼ ਜੀ, ਅਸੀਂ ਉਹਨਾਂ ਤੀਰਾਂ ਦਾ ਭੇਦ ਨਹੀਂ ਪਾ ਸਕਦੇ, ਸਾਡੀ ਬੁੱਧੀ ਨਹੀਂ ਹੈ। ਕਿਉਂਕਿ ਪ੍ਰਭ ਕੀ ਗਤ ਨ ਕੋ ਜਾਣੈ,
ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ ਸਿਆਣੇ। ਮਹਾਰਾਜ ਅਸੀਂ ਉਹਨਾਂ ਦਾ ਭੇਦ ਨਹੀਂ ਪਾ ਸਕਦੇ। ਕੁਦਰਤ ਕੇ ਮਾਲਕ ਗੁਰ ਪੂਰੇ, ਇਹ ਸੱਚੇ ਪਾਤਸ਼ਾਹ ਜੀਓ ਆਪ ਇਸ ਕੁਦਰਤ ਦੇ ਕਾਦਰ ਹੋ। ਇਹ ਜਿੰਨੀ ਕਾਇਨਾਤ ਹੈ, ਜਿੰਨੀ ਸ੍ਰਿਸ਼ਟੀ ਹੈ, ਜਿੰਨੀ ਪ੍ਰਕਿਰਤੀ ਹੈ, ਇਹ ਸਭ ਤੁਹਾਡੀ ਬਣਾਈ ਹੋਈ ਹੈ। ਕੌਣ ਲਖੈ ਚਾਲਿਤਰ ਸਰੂਰੇ, ਆਪ ਜੀ ਦੇ ਸੋਹਣੇ ਸੋਹਣੇ ਕੌਤਕਾਂ ਨੂੰ ਕੌਣ ਜਾਣ ਸਕਦਾ? ਆਪ ਜੀ ਦੀ ਲੀਲਾ ਨੂੰ ਕੌਣ ਸਮਝ ਸਕਦਾ? ਸੱਚੇ ਪਾਤਸ਼ਾਹ ਜੀਓ ਜਾਨੋ ਆਪ ਸਰਬ ਕੀ ਗਤੀ, ਆਪ ਹੀ ਸਾਰਿਆਂ ਦੀ ਗਤੀ ਜਾਣਦੇ ਹੋ। ਇਸ ਸੰਸਾਰ ਵਿੱਚ ਚਾਰ ਜਿਤਨੀ ਸ੍ਰਿਸ਼ਟੀ ਹੈ, ਜੜ ਚੇਤਨ ਜਿਤਨਾ ਪਸਾਰਾ ਹੈ, ਉਹ ਸਭ ਆਪ ਜੀ ਦੇ ਹੱਥ ਵਿੱਚ ਹੈ। ਪਕਰੇ ਕਿਦੋ ਥਿਰੇ ਜਿਤ ਕਿਤੀ, ਇਹ ਆਪ ਹੀ ਜਾਣਦੇ ਹੋ ਵੀ ਤੀਰ ਕਿੱਥੇ ਚਲੇ ਗਏ ਨੇ, ਕਿਸੇ ਨੇ ਫੜ ਲਏ ਨੇ ਜਾਂ ਕਿਤੇ ਅਟਕ ਗਏ ਨੇ ਅਸਮਾਨ ਦੇ ਵਿੱਚ। ਵੈਸੇ ਤਾਂ ਅਸਮਾਨ ਵਿੱਚ ਕੋਈ ਚੀਜ਼ ਅਟਕ ਨਹੀਂ ਸਕਦੀ। ਜਿਹੜੀ ਵੀ ਚੀਜ਼ ਅਸਮਾਨ 'ਚ ਜਾਏਗੀ ਥੱਲੇ ਆਏਗੀ, ਧਰਤੀ ਵੱਲ ਆਕਰਸ਼ਣ ਸ਼ਕਤੀ ਹੈ ਧਰਤੀ ਦੀ। ਪਰ ਮਹਾਰਾਜ ਇਹ ਸਾਨੂੰ ਨਹੀਂ ਸਮਝ ਆਉਂਦੀ ਵੀ ਤੀਰ ਕਿੱਥੇ ਚਲੇ ਗਏ ਨੇ। ਦੇਖਤ ਰਹੇ ਗਗਨ ਦਿਸ਼ ਸਾਰੇ, ਸਾਰਾ ਖਾਲਸਾ ਮਹਾਰਾਜ ਅਸਮਾਨ ਵੱਲ ਨਿਗਾਹ ਲਾ ਕੇ ਖੜਾ ਰਿਹਾ ਹੈ। ਕਿਸੇ ਸਿੰਘ ਨੇ ਵੀ ਅਵਹੇਲਨਾ ਨਹੀਂ ਕੀਤੀ, ਆਲਸ ਨਹੀਂ ਕੀਤੀ, ਬੇਧਿਆਨੀ ਨਹੀਂ ਕੀਤੀ। ਸਾਰਿਆਂ ਦਾ ਧਿਆਨ ਸੀ ਵੀ ਸਤਿਗੁਰਾਂ ਦੇ ਬੇਸ਼ਕੀਮਤੀ ਤੀਰ ਵਾਪਸ ਆਉਣੇ ਨੇ, ਅਸੀਂ ਲੱਭ ਕੇ ਲਿਜਾਣੇ ਨੇ। ਮਹਾਰਾਜ ਸੈਂਕੜੇ ਸਿੰਘ ਖਲੋਤੇ ਰਹੇ ਨੇ ਪਹਿਰੇ ਤੇ, ਤੀਰ ਵਾਪਸ ਨਹੀਂ ਆਏ। ਇਕ ਚਲਤੇ ਪੁਨ ਨਹੀਂ ਨਿਹਾਰੇ, ਮਹਾਰਾਜ ਸਿਰਫ ਤੁਹਾਡੀ ਕਮਾਨ ਦੇ ਵਿੱਚੋਂ ਚੱਲਦੇ ਵੇਖੇ ਨੇ, ਪਰ ਮੁੜ ਕੇ ਉਹਨਾਂ ਦੇ ਦਰਸ਼ਨ ਨਹੀਂ ਹੋਏ। ਰਹੇ ਪ੍ਰਤੀਖਤ ਜਾਮ ਬਿਤਾਇਓ, ਇੱਕ ਪੈਰ ਤੱਕ ਸੱਚੇ ਪਾਤਸ਼ਾਹ ਜੀ ਉਡੀਕਦੇ ਰਹੇ ਆ, ਇੱਕ ਪੈਰ ਤੱਕ ਵੇਖਦੇ ਰਹੇ ਆ ਵੀ ਤੀਰ ਵਾਪਸ ਆਉਣਗੇ, ਪਰ ਹਜੂਰ ਦੇ ਤੀਰ ਵਾਪਸ ਨਹੀਂ ਆਏ। ਤਿਨ ਆਗਮਨ ਨਹੀਂ ਲਖ ਪਾਇਓ, ਅਸੀਂ ਕਿਸੇ ਨੇ ਵੀ ਨਹੀਂ ਵੇਖਿਆ ਮਹਾਰਾਜ ਤੀਰ ਆਉਂਦਾ। ਸ੍ਰੀ ਮੁਖ ਮੁਸਕਾਵਤ ਮੰਦ ਮੰਦ, ਮਹਾਰਾਜ ਸਿੰਘਾਂ ਦੀਆਂ ਗੱਲਾਂ ਸੁਣ ਰਹੇ ਸੀ ਤੇ ਬੁੱਲਾਂ 'ਚ ਨਾ ਮੁਸ਼ਕਰਾ ਰਹੇ ਸੀ, ਕਿਉਂਕਿ ਉਹ ਤੇ ਜਾਣਦੇ ਸੀ ਭੇਦ। ਖਾਲਸੇ ਨੂੰ ਭੇਦ ਜਣਾਉਣਾ ਸੀਗਾ, ਸਮਝਾਉਣਾ ਸੀ, ਕੋਈ ਗਿਆਨ ਦੇਣਾ ਸੀ। ਇਸ ਕਰਕੇ ਮਹਾਰਾਜ ਆਪਣੇ ਪਿਆਰੇ ਖਾਲਸੇ ਦੀ ਭੋਲੀ ਅਵਸਥਾ ਨੂੰ ਵੇਖ ਕੇ ਖੁਸ਼ ਹੋ ਰਹੇ ਸਨ, ਪ੍ਰਸੰਨ ਹੋ ਰਹੇ ਸਨ, ਮੁਸਕਰਾ ਰਹੇ ਸਨ। ਕਹਿਤ ਭਏ ਤੁਮ ਸੁਮਤ ਬਿਲੰਦ, ਮਹਾਰਾਜ ਕਹਿੰਦੇ ਸਿੰਘੋ ਤੁਸੀਂ ਸਾਰੇ ਸਿਆਣੇ ਹੋ, ਸਗਰੇ ਕਰੀਏ ਹੈ ਭਲੇ ਵਿਚਾਰਨ। ਚੰਗੀ ਤਰ੍ਹਾਂ ਸੋਚੋ, ਵਿਚਾਰੋ ਵੀ ਹਾਂ ਤੀਰ ਚਲੇ ਕਿੱਥੇ ਗਏ ਨੇ, ਸਰ ਆਗਮਨ ਨਾ ਭਾ ਕਿਸ ਕਾਰਨ। ਵਾਪਸ ਕਿਉਂ ਨਹੀਂ ਆਏ ਤੀਰ? ਗਏ ਕਹਿ ਕਿਤੋਂ ਸਿਧਾਰੇ, ਉਹ ਕਿਤੇ ਚਲੇ ਗਏ ਨੇ, ਜਾਂ ਉੱਤੇ ਅਸਮਾਨ 'ਚ ਕਿਸੇ ਨੇ ਫੜ ਲਏ ਨੇ, ਜਾਂ ਉੱਤੇ ਕਿਸੇ ਚੀਜ਼ ਵਿੱਚ ਅਟਕ ਗਏ ਨੇ। ਕਿਉਂਕਿ ਅਸਮਾਨ ਵਿੱਚ ਤਾਂ ਕੋਈ ਚੀਜ਼ ਐਸੀ ਹੈ ਨਹੀਂ ਜਿੱਥੇ ਤੀਰ ਜਾ ਕੇ ਅਟਕ ਜਾਣਗੇ। ਉੱਤੇ ਕੋਈ ਬੰਦਾ ਇਹੋ ਜਿਹਾ ਤਾਂ ਬੈਠਾ ਨਹੀਂ ਜਿਹੜਾ ਤੀਰਾਂ ਨੂੰ ਫੜ ਲਏਗਾ। ਜਾਂ ਤਾਂ ਉੱਤੇ ਕਿਸੇ ਨੇ ਫੜ ਲਏ ਨੇ, ਜਾਂ ਉਹ ਕਿਸੇ 'ਚ ਅਟਕ ਗਏ ਨੇ, ਥੱਲੇ ਵਾਪਸ ਨਹੀਂ ਆਏ। ਆਉਣੇ ਚਾਹੀਦੇ ਨੇ ਤੀਰ। ਜਿਸ ਤੇ ਆਵਤ ਨਹੀਂ ਨਿਹਾਰੇ, ਕੀ ਕਾਰਨ ਹੈ ਸਿੰਘੋ ਵੀ ਤੁਸੀਂ ਵੇਖੇ ਕਿਉਂ ਨਹੀਂ ਤੀਰ ਵਾਪਸ ਆਉਂਦੇ? ਨਾਲੇ ਮਹਾਰਾਜ ਮੁਸਕਰਾ ਰਹੇ ਨੇ ਤੇ ਨਾਲੇ ਇਹ ਬਚਨ ਕਹਿ ਰਹੇ ਨੇ। ਤਬ ਕਰ ਜੋਰ ਖਾਲਸਾ ਕਹੈ, ਤਾਂ ਸਾਰੇ ਖਾਲਸੇ ਨੇ ਹੱਥ ਜੋੜ ਲਏ। ਭਾਈ ਦਇਆ ਸਿੰਘ ਜੀ ਵਰਗੇ ਬ੍ਰਹਮ ਗਿਆਨੀ, ਭਾਈ ਉਦੇ ਸਿੰਘ ਜੀ ਵਰਗੇ ਜੰਗੀ ਜਰਨੈਲ, ਭਾਈ ਆਲਮ ਸਿੰਘ ਵਰਗੇ ਸਤਿਗੁਰਾਂ ਦੇ ਨਿਸ਼ਕਾਮ ਸੇਵਕ ਕਹਿਣ ਲੱਗੇ, ਰਾਵਰ ਸਕਲ ਸਥਲਗਤ ਲਹੈ। ਇਹ ਸੱਚੇ ਪਾਤਸ਼ਾਹ ਆਪ ਜੀ ਸਭ ਸ੍ਰਿਸ਼ਟੀ ਦੇ ਕਣ ਕਣ ਦੀ ਸੋਝੀ ਰੱਖਦੇ ਹੋ। ਖੰਡ ਬ੍ਰਹਮੰਡ ਵਿੱਚ, ਧਰਤੀ ਅਸਮਾਨ ਵਿੱਚ, ਜਿਮੀ ਅਸਮਾਨ ਵਿੱਚ ਜੋ ਕੁਝ ਵੀ ਹੋ ਰਿਹਾ ਉਹ ਆਪ ਜਾਣੀ ਜਾਣ ਹੋ। ਦਾਸਨ ਕੋ ਸਰਗਤੀ ਬਖਾਨੋ, ਮਹਾਰਾਜ ਸਾਨੂੰ ਹੋਰ ਭੁਲੇਖੇ 'ਚ ਨਾ ਪਾਓ, ਕਿਰਪਾ ਕਰਕੇ ਦੱਸੋ ਤੀਰ ਕਿੱਥੋਂ ਆਏ, ਕਿੱਥੇ ਗਏ? ਜਿਮ ਕਿਤ ਅਟਕੇ ਪ੍ਰਭੂ ਸੋ ਜਾਨੋ, ਜਿੱਥੇ ਅਟਕੇ ਨੇ ਤੁਸੀਂ ਜਾਣਦੇ ਹੋ। ਸਾਨੂੰ ਨਹੀਂ ਪਤਾ ਤੀਰ ਵਾਪਸ ਕਿਉਂ ਨਹੀਂ ਆਏ ਅਸਮਾਨ ਤੋਂ, ਕਿਉਂਕਿ ਆਉਣੇ ਚਾਹੀਦੇ ਨੇ। ਸਧਾਰਨ ਅਵਸਥਾ ਤਾਂ ਇਹੀ ਹੈ ਵੀ ਜਿੱਡਾ ਮਰਜ਼ੀ ਕੋਈ ਤੀਰ ਅੰਦਾਜ਼ ਤੀਰ ਚਲਾਵੇ, ਕਿੰਨੀ ਦੂਰ ਜਾਏਗਾ? ਮੀਲ, 2 ਮੀਲ, 3 ਮੀਲ, ਵਾਪਸ ਤਾਂ ਆਏਗਾ ਹੀ ਨਾ ਤੀਰ। ਮਹਾਰਾਜ ਤੀਰ ਇੰਨਾ ਚਿਰ ਉਡੀਕੇ ਵਾਪਸ ਨਹੀਂ ਆਏ। ਕਿਰਪਾ ਕਰਕੇ ਦੱਸੋ ਇਹ ਕੀ ਖੇਡ ਹੈ? ਲਾਲਸ ਲਖੀ ਖਾਲਸੇ ਕੇਰੀ, ਜਦੋਂ ਸਾਰੇ ਖਾਲਸੇ ਨੇ ਇੱਛਾ ਜ਼ਾਹਰ ਕੀਤੀ ਜਾਣਨੇ ਦੀ, ਇਹ ਰਮਜ ਕੀ ਹੈ ਮਹਾਰਾਜ? ਇਹ ਭੇਦ ਕੀ ਹੈ? ਖੋਲ ਕੇ ਦੱਸੋ। ਤਾਂ ਸਾਰੇ ਖਾਲਸੇ ਦੀ ਲਾਲਸਾ ਵੇਖ ਕੇ ਸ੍ਰੀ ਮੁਖ ਉਚਰਤ ਭੇਤ ਸਵੇਰੀ, ਸਾਹਿਬ ਕਲਗੀਧਰ ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਬੋਲੇ, ਇਹ ਤੁਮ ਕੋ ਦ੍ਰਿਸ਼ਟਾਂਤ ਦਿਖਾਇਓ। ਮਹਾਰਾਜ ਕਹਿੰਦੇ ਖਾਲਸਾ ਜੀ ਇਹ ਤਾਂ ਤੁਹਾਨੂੰ ਸਮਝਾਉਣ ਵਾਸਤੇ ਅਸੀਂ ਦ੍ਰਿਸ਼ਟਾਂਤ ਵਿਖਾਇਆ ਹੈ। ਦਾਸ਼ਟਾਂਤ ਅਬ ਸੁਨੋ ਸੁਹਾਇਓ, ਹੁਣ ਦਾਸ਼ਟਾਂਤ ਦੱਸਾਂਗੇ। ਪਹਿਲਾਂ ਮਹਾਰਾਜ ਕਹਿੰਦੇ ਤੁਹਾਨੂੰ ਐਗਜ਼ਾਮਪਲ ਸਮਝਾ ਦਿੱਤੀ ਹੈ ਤੇ ਹੁਣ ਉਹਦਾ
ਤੁਹਾਨੂੰ ਉਪਦੇਸ਼ ਦੇਾਂਗੇ ਵੀ ਇਹ ਕਿਉਂ ਅਸੀਂ ਤੁਹਾਨੂੰ ਦਿਖਾਇਆ ਕੌਤਕ। ਪੁਰ ਹੁਮਾਓ ਸੰਗ ਲਾਗਿਓ ਕਾਨ। ਅਸਲ ਵਿੱਚ ਜਿਹੜੇ ਤੀਰ ਗਏ ਨੇ ਇਹਨਾਂ ਨੂੰ ਹੁਮਾ ਪੰਛੀ ਦੇ ਪਰ ਲੱਗੇ ਹੋਏ ਸਨ, ਖੰਭ ਲੱਗੇ ਹੋਏ ਸਨ। ਨਾਰਦ ਮੁਨੀ ਜੀ ਭੇਟਾ ਕਰਕੇ ਅਸੀਂ ਤੀਰਾਂ ਨੂੰ ਲਾ ਕੇ ਉਹ ਚਲਾ ਦਿੱਤੇ। ਹਮ ਤਨ ਜੋਰ ਤਜਿਓ ਬਰਬਾਨ। ਅਸੀਂ ਆਪਣੇ ਕਮਾਨ ਵਿੱਚ ਚਿੱਲੇ ਚਾੜ ਕੇ ਬਾਣ ਛੱਡੇ ਹਨ। ਸੋਖਗ ਆਪਣੇ ਦੇਸ਼ ਮਝਾਰਾ। ਇਹ ਖੰਭਾਂ ਦੀ ਖੂਬੀ ਹੈ। ਇਹ ਹੁਮਾ ਪੰਛੀ ਦੇ, ਅਨਲ ਪੰਛੀ ਦੇ ਜਿਹੜੇ ਖੰਭ ਹਨ, ਇਹ ਜਿਹੜੀ ਚੀਜ਼ ਨੂੰ ਲੱਗ ਜਾਣ ਉਹ ਚੀਜ਼ ਨੂੰ ਉਡਾ ਕੇ ਉੱਥੇ ਲੈ ਜਾਂਦੇ ਨੇ, ਹਜ਼ਾਰਾਂ ਲੱਖਾਂ ਮੀਲ ਉੱਪਰ ਅਸਮਾਨ ਵਿੱਚ ਜਿੱਥੇ ਹੁਮਾ ਪੰਛੀ ਰਹਿੰਦਾ ਹੈ, ਜਿੱਥੇ ਉਹਦਾ ਸਥਾਨ ਹੈ, ਉਨੀ ਦੂਰ ਲੈ ਜਾਂਦੇ ਨੇ। ਲੈ ਗਮਨਿਓ ਸਰ ਤਰੈ ਨਾ ਡਾਰਾ। ਇਹ ਤੀਰ ਉੱਥੇ ਚਲੇ ਗਏ ਨੇ। ਸਾਧ ਸੰਗਤ ਜੀ, ਅੱਜ ਦੇਖੋ ਬੜੀਆਂ ਬੜੀਆਂ ਵੱਡੀਆਂ ਉਹ ਗ੍ਰਹਿ ਉਪਗ੍ਰਹਿ ਸਰਕਾਰਾਂ ਭੇਜਦੀਆਂ ਨੇ ਤੇ ਉੱਥੋਂ ਕੈਮਰੇ ਨਾਲ ਇੱਥੋਂ 15-15 ਲੱਖ ਮੀਲ ਉੱਪਰ ਜਾਂਦੇ ਨੇ, ਉੱਥੋਂ ਕੈਮਰੇ ਫਿੱਟ ਕਰਕੇ ਤੇ ਉਹ ਨਾਸਾ ਵਾਲੇ ਫੋਟੋਆਂ ਖਿੱਚ ਕੇ ਭੇਜਦੇ ਨੇ। ਕਲਗੀਧਰ ਪਾਤਸ਼ਾਹ ਉਹਨਾਂ ਤੋਂ ਵੱਡੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸ਼ੰਕਾ ਨਹੀਂ ਕਰਨਾ, ਇਹ ਬੁੱਧੀ ਇਨਸਾਨ ਦੀ ਹੈ, ਉਹ ਭਗਵਾਨ ਦੀ ਹੈ। ਭਗਵਾਨ ਦੀ ਬੁੱਧੀ ਦੇ ਸਾਹਮਣੇ ਇਨਸਾਨ ਦੀ ਬੁੱਧੀ ਛੋਟੀ ਹੈ। ਅਸੀਂ ਨਹੀਂ ਜਾਣ ਸਕਦੇ। ਪ੍ਰਭ ਕੀ ਗਤ ਨ ਕੋਉ ਜਾਣੈ। ਤੀਰ ਛੱਡੇ ਸੱਚੇ ਪਾਤਸ਼ਾਹ ਨੇ, ਵਾਪਸ ਨਹੀਂ ਆਏ। ਮਹਾਰਾਜ ਕਹਿੰਦੇ ਖਾਲਸਾ ਜੀ ਹੁਮਾ ਦੇ ਦੇਸ਼ ਚਲੇ ਗਏ ਨੇ, ਜਿੱਥੋਂ ਹੁਮਾ ਰਹਿੰਦਾ ਹੈ, ਜਿੱਥੇ ਉੱਥੋਂ ਇਹ ਪਾਰ ਆਏ ਸੀ ਤੇ ਤੀਰਾਂ ਨੂੰ ਉਡਾ ਕੇ ਉੱਥੇ ਹੀ ਲੈ ਗਏ ਨੇ। ਤਿਮ ਗੁਰਬਾਣੀ ਕੇ ਸੰਗ ਲਾਗਾ। ਤੁਹਾਨੂੰ ਦ੍ਰਿਸ਼ਟਾਂਤ ਦਸੀਏ, ਜਿਵੇਂ ਹੁਮਾ ਪੰਛੀ ਦੇ ਪਰ ਤੀਰਾਂ ਨੂੰ ਹੁਮਾ ਦੇ ਦੇਸ਼ ਲੈ ਗਏ ਨੇ, ਇਵੇਂ ਜਿਹੜੀ ਗੁਰੂ ਦੀ ਬਾਣੀ ਹੈ ਨਾ, ਜਿਹੜਾ ਗੁਰੂ ਦਾ ਬਾਣਾ ਹੈ, ਗੁਰੂ ਦੀ ਬਾਣੀ ਹੈ, ਇਹ ਅਕਾਲ ਪੁਰਖ ਦੇ ਖੰਭ ਹਨ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਖੀ ਜਾਣੋ। ਨੇ ਗੱਲ ਨੂੰ ਖੋਲਣ ਲੱਗੇ 10ਵੇਂ ਪਾਤਸ਼ਾਹ ਜੀ। ਕਹਿੰਦੇ ਜਿਹੜਾ ਅਕਾਲ ਪੁਰਖ ਦਾ ਪਰਮੇਸ਼ਰ ਦਾ ਦੇਸ਼ ਹੈ, ਉੱਥੋਂ ਬਾਣੀ ਆਈ ਹੈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਮਹਾਂਪੁਰਖ ਕੀ, ਇਹ ਪਰਮੇਸ਼ਰ ਦੀ ਬਾਣੀ ਹੈ। ਇਹ ਕਿਸੇ ਬੰਦੇ ਦੀ ਕਵਿਤਾ ਨਹੀਂ ਬਣਾਈ ਹੋਈ। ਇਹ ਅਨੁਭਵੀ ਪੁਰਸ਼ਾਂ ਦੇ ਹਿਰਦੇ ਵਿੱਚੋਂ ਜਿੱਥੇ ਆਤਮ ਪ੍ਰਕਾਸ਼ ਹੋ ਗਿਆ, ਉਥੋਂ ਇਹ ਬਾਣੀ ਉਤਰੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਧੁਰ ਕੀ ਹੈ, ਇਹ ਸੱਚਖੰਡ ਤੋਂ ਆਈ ਹੈ। ਪਠਤ ਸੁਨਤ ਜੋ ਕਰ ਅਨੁਰਾਗਾ। ਜਿਹੜਾ ਇਸ ਬਾਣੀ ਨੂੰ ਪ੍ਰੇਮ ਨਾਲ ਪੜ੍ਹੇਗਾ, ਜਿਹੜਾ ਇਸ ਬਾਣੀ ਨੂੰ ਪ੍ਰੇਮ ਨਾਲ ਸੁਣੇਗਾ, ਸੋ ਬਾਣੀ ਪਾਠਕ ਲੈ ਜਾਏ। ਇਹ ਬਾਣੀ ਉਹਨੂੰ ਕਿੱਥੇ ਲੈ ਜਾਏਗੀ, ਜਿੱਥੋਂ ਇਹ ਆਈ ਹੈ, ਸੱਚਖੰਡ ਤੋਂ ਆਈ ਹੈ, ਉੱਥੇ ਲੈ ਜਾਏਗੀ। ਜਿਹੜਾ ਇਸ ਬਾਣੀ ਨੂੰ ਪ੍ਰੇਮ ਨਾਲ ਪੜ੍ਹੇਗਾ, ਸ਼ਰਧਾ ਨਾਲ ਪੜ੍ਹੇਗਾ। ਦੇਸ ਗੁਰੂ ਕੋ ਹਿਰਦਾ ਸੁਹਾਏ। ਜਿਹੜਾ ਗੁਰੂ ਦਾ ਹਿਰਦਾ ਹੈ ਉਹ ਸੱਚਖੰਡ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਦੇਸ਼ ਕਿਹੜਾ, ਕਿੱਥੋਂ ਆਈ ਹੈ ਬਾਣੀ? ਗੁਰੂ ਦੇ ਹਿਰਦੇ ਵਿੱਚੋਂ। ਤੇ ਗੁਰੂ ਕੀ ਹੈ? ਪਰਮੇਸ਼ਰ। ਗੁਰ ਪਰਮੇਸ਼ਰ ਇੱਕੋ ਜਾਣ। ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਦਰਸ਼ਨ ਦੇਣ ਵਾਸਤੇ ਸਾਡੇ ਵਰਗਾ ਰੂਪ ਧਾਰਨ ਕੀਤਾ। ਵੈਸੇ ਗੁਰੂ ਨਾਨਕ ਦਾ ਇਹ ਰੂਪ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਨੇ ਸਾਨੂੰ ਦਰਸ਼ਨ ਦੇਣ ਲਈ, क्योंकि एक नजर से क्या बुलबुला कुल बहर को देखे, सागर को या मझधार को या लहर को देखे। पानी च बुलबुला पैदा होया है, ਉਹਦੀ छोटी जी अख है, वो पूरा सागर वेख सकदा, ਉਹਦੀ लंबाई चढ़ाई उचाई समुंदर दी देख सकदा, नाप सकदा। ਅਸੀਂ बुलबुले हैं जैसे जल ते बुदबुदा, उपजै बिन सै नीत जग रचना तैसे रची, कहो नानक सुन मीत। ते महाराज अकाल पुरख परमेश्वर समुंदर है, ਵਿਰਾਟ ਰੂਪ ਹੈ ਉਹਦਾ। ਉਹ ਸਮੁੰਦਰ ਨੂੰ ਅਸੀਂ ਦੇਖ ਸਕਦੇ ਹਾਂ। ਤਾਂ ਫਿਰ ਕੀ ਹੋਇਆ? ਉਹਨੇ ਸਾਡੇ ਵਰਗਾ ਰੂਪ ਧਾਰਨ ਕਰ ਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਰੋਮ 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 ਕੋਟ ਬ੍ਰਹਮੰਡ ਕੋ ਨਿਵਾਸ, ਜਾਸ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਜਿਹਦੇ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ, ਕਰੋੜਾਂ ਗਲੈਕਸੀਜ਼ ਨੇ। ਉਹ ਪ੍ਰਮਾਤਮਾ ਸਾਨੂੰ ਦਰਸ਼ਨ ਦੇਣ ਲਈ ਗੁਰੂ ਨਾਨਕ ਬਣ ਕੇ ਆਇਆ ਹੈ। ਉਹ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਹੈ। 10 ਜਾਮੇ ਧਾਰਨ ਕੀਤੇ ਨੇ। ਉਹ ਗੁਰੂ ਕੀ ਸੰਗਤ, ਗੁਰੂ ਦਾ ਖਾਲਸਾ ਬਣਿਆ ਹੋਇਆ ਹੈ। ਉਹ ਸੰਤ ਮਹਾਂਪੁਰਸ਼ ਬਣਿਆ ਹੋਇਆ, ਗੁਰੂ ਗ੍ਰੰਥ ਸਾਹਿਬ ਬਣਿਆ ਹੋਇਆ। ਆਖੋ ਸ੍ਰੀ ਵਾਹਿਗੁਰੂ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ, ਜਾਸ ਮਾਨਸੇ ਅਵਤਾਰ ਧਾਰ ਦਰਸ਼ ਦਿਖਾਏ ਹੈ। ਜਾਕੇ ਓੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ। ਇੱਕ ਓੰਕਾਰ ਦਾ ਪਸਾਰਾ ਐਡਾ ਵੱਡਾ ਕੀਤਾ, ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ।
जाके ओंकार के आकार है नाना प्रकार श्री मुख शब्द गुर सिखन सुनाए हैं। ਉਹਨੇ ਸਾਡੇ ਕੰਨਾਂ 'ਚ ਗੁਰਮੰਤਰ ਦੇਤਾ ਗੁਰੂ ਨਾਨਕ ਬਣ ਕੇ, ਨਹੀਂ ਤੇ ਅਸੀਂ ਉਹਦਾ ਸ਼ਬਦ ਕਿੱਥੇ ਸੁਣ ਸਕਦੇ ਸਾਂ। ਸਾਡੇ ਕੰਨਾਂ 'ਚ ਉਹਦੇ ਸ਼ਬਦ ਨੂੰ ਸੁਣਨ ਦੀ ਸ਼ਕਤੀ ਨਹੀਂ ਸੀ। ਉਹਨੇ ਆਪਣਾ ਸ਼ਬਦ ਸੁਣਾਉਣ ਲਈ ਸਾਡੇ ਵਰਗਾ ਰੂਪ ਧਾਰਨ ਕਰ ਲਿਆ, ਅੰਦਰ ਪ੍ਰਕਾਸ਼ ਕਰ। ਇਸ ਲਈ ਗੁਰੂ ਪਰਮੇਸ਼ਰ ਇੱਕ ਹੋ ਜਾਣ। ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦਾ ਹੀ ਰੂਪ ਹਨ, ਪਰਮੇਸ਼ਰ ਹਨ। ਉਹਨਾਂ ਦੇ ਹਿਰਦੇ 'ਚੋਂ ਬਾਣੀ ਆਈ ਹੈ, ਧੁਰ ਕੀ ਬਾਣੀ ਆਈ। ਕਹਿੰਦੇ ਸੱਚਖੰਡ ਕੀ ਹੈ? ਸੱਚਖੰਡ ਗੁਰੂ ਨਾਨਕ ਦਾ ਹਿਰਦਾ ਹੈ। ਸੱਚਖੰਡ ਕਲਗੀਆਂ ਵਾਲੇ ਦਾ ਹਿਰਦਾ ਹੈ। ਉਹ ਅਨੁਭਵ ਪ੍ਰਕਾਸ਼ ਜਿੱਥੋਂ ਉਤਰਿਆ, ਜਿੱਥੇ ਉਹ ਪਰਮ ਜੋਤੀ ਦਾ ਪ੍ਰਕਾਸ਼ ਹੋ ਰਿਹਾ ਬ੍ਰਹਮ ਦਾ, ਉਹ ਗੁਰੂ ਨਾਨਕ ਦਾ ਹਿਰਦਾ ਹੈ। ਹਾਂਜੀ, ਨਿਜ ਸੰਗੀਤ ਹੈ ਕਹੈ ਪਚਾਵਨ। ਤੇ ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹਨੂੰ ਬਾਣੀ ਹਿਰਦੇ 'ਚ ਵਸ ਗਈ ਉਹਨੂੰ ਉੱਥੇ ਲੈ ਜਾਂਦੀ, ਜਿਵੇਂ ਹੁਮਾ ਪੰਛੀ ਦੇ ਪਰ ਤੀਰਾਂ ਨੂੰ ਉੱਥੇ ਹੀ ਲੈ ਗਏ ਨੇ, ਵਾਪਸ ਨਹੀਂ ਆਏ ਤੀਰ। ਜਹਾਂ ਬਹਰ ਨਹੀਂ ਆਵਨ ਜਾਵਨ। ਕਹਿੰਦੇ ਉੱਥੇ ਲੈ ਜਾਏਗੀ ਬਾਣੀ ਜੀਵ ਨੂੰ ਜਿੱਥੇ ਆਉਣਾ ਜਾਣਾ ਕੋਈ ਨਹੀਂ, ਜੰਮਣਾ ਮਰਨਾ ਕੋਈ ਨਹੀਂ। न किस जन्मे न किस मरै, आपन चलते आप ही करे आमन जामन दृष्ट अदृष्ट आज्ञा धारी सारी धारी सब श्रेष्ठ। आपे आप सगल में आप उस खेड विच पहुंचा देंदी है बाणी। हाँ जी, श्री सतगुर सन दत्त मिलाए। महाराज श्री गुरु गोबिंद सिंह सच्चे पातशाह जी श्री सतगुर सन देत मिलाए। ये जिहड़ी बाणी है ना, ये कहंदे गुरु नाल मिला देंदी है। बाणी गुरु नूं मिलना किवें है? बाणी पढ़ो गुरु नाल मेल होना। महाराज कहते जिहड़ा बाणी मेरे नाल बचन करना चाहुंदा गुरु ग्रंथ साहिब की बाणी पढ़े, मेरे नाल बचन होणगे। जो पुछना गुरबाणी तो पुछ लो। प्रगट गुरां की देह है, हाजर नाजर है। हाँ जी, बड़ आनंद मह रह समाए। जिहड़ा गुरु ग्रंथ साहिब की बाणी पढ़दा सुनदा बड़े आनंद विच समा जांदा, परमानंद विच पहुंच जांदा, सचखंड च पहुंच जांदा। पंखी गुरु सो पंख सबद गन। कहंदे पंखी गुरु है। कहते हुमा पंछी केड़ा? इत्थे हुमा पंछी गुरु नानक ही है। ते उहदे खंभ केड़े ने? शब्द। पंखी गुरु पंख शब्द गण। जिन्ने गुरबाणी दे गुरु ग्रंथ साहिब जी दे दसन दे बाणी दे जिन्ने महापुरुषां दे उपदेश ने उहदे खंभ ने। पंखी गुरु, पंखी दा गुरु है। सो पंख शब्द गण ਜਿਹੜੇ ਉਹਦੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹਦੇ ਖੰਭ ਹਨ। ਬਾਣੀ ਉਹਦੇ ਖੰਭ ਹਨ। ਗੁਰੂ ਪੰਛੀ ਹੈ। ਤੇ ਸਾਨੂੰ ਲੈ ਕਿੱਥੇ ਜਾਣਾ? ਗੁਰੂ ਦੇ ਕੋਲ। ਕਿਹਨੇ ਲੈ ਕੇ ਜਾਣਾ? ਬਾਣੀ ਨੇ। ਹਾਂਜੀ, ਸਿੱਖ ਸਰ ਸੰਗ ਲਗੇ ਜਿਸ ਕੇ ਮਨ। ਤੇ ਤੀਰ ਕਿਹੜੇ ਨੇ? ਤੀਰ ਸਾਡਾ ਮਨ ਹੈ। ਜਿਹਦੇ ਸਿੱਖ ਦੇ ਮਨ ਨੂੰ ਬਾਣੀ ਦੇ ਖੰਭ ਲੱਗ ਗਏ ਨੇ, ਉਹਦਾ ਮਨ ਉੱਡੇਗਾ, ਕਾਮ ਵੱਲ, ਕ੍ਰੋਧ ਵੱਲ, ਵਿਸ਼ਿਆਂ ਵੱਲ ਨਹੀਂ ਜਾਏਗਾ, ਮਾਇਆ ਵੱਲ ਨਹੀਂ ਆਏਗਾ। ਉਹਦਾ ਉੱਪਰ ਹੀ ਸੱਚਖੰਡ ਵੱਲ ਹੀ ਜਾਏਗਾ ਫਿਰ ਉਹ ਤਾਂ। ਹਾਂਜੀ, ਜਨਮ ਮਰਨ ਜੁਗ ਰਾਗਰ ਦ્વੈਸ਼। ਆ ਕਹਿੰਦੇ ਜੰਮਣਾ ਤੇ ਮਰਨਾ, ਰਾਗ ਤੇ ਦ્વੈਸ਼। ਜੰਮਣਾ ਤੇ ਮਰਨਾ ਸਾਨੂੰ ਸਾਰਿਆਂ ਨੂੰ ਪਤਾ, ਜਿਸ ਜਨਮ ਵੀ ਲਿਆ ਮਰਨਾ ਵੀ ਹੈ। ਰਾਗ ਤੇ ਦ્વੈਸ਼ ਕੀ ਹੁੰਦੀ ਹੈ? ਕਿਸੇ ਚੀਜ਼ ਨਾਲ ਅਟੈਚਮੈਂਟ ਹੋਣੀ, ਉਹ ਰਾਗ ਹੁੰਦਾ। ਕੋਈ ਕੱਪੜਾ ਸਾਨੂੰ ਚੰਗਾ ਲੱਗਦਾ ਹੈ, ਅਸੀਂ ਖੁਸ਼ੀ ਨਾਲ ਪਹਿਨਦੇ ਹਾਂ, ਦੂਜਾ ਨਹੀਂ ਚੰਗਾ ਚੁੱਕ ਕੇ ਪਰੇ ਸੁੱਟ ਦਿੰਦੇ ਹਾਂ। ਜਿਹੜਾ ਚੰਗਾ ਲੱਗਦਾ ਉਹ ਰਾਗ ਹੈ, ਜਿਹੜਾ ਨਹੀਂ ਚੰਗਾ ਲੱਗਦਾ ਦ્વੈਸ਼ ਹੈ। ਕੋਈ ਖਾਣਾ ਚੰਗਾ ਲੱਗਦਾ ਉਹਦੇ ਨਾਲ ਸਾਡਾ ਰਾਗ ਹੈ, ਕੋਈ ਖਾਣਾ ਪਸੰਦ ਨਹੀਂ ਦ્વੈਸ਼ ਹੈ, ਪਰੇ ਕਰ ਦਿੰਦੇ ਹਾਂ। ਕੋਈ ਬੰਦਾ ਸਾਨੂੰ ਚੰਗਾ ਲੱਗਦਾ, ਜੱਫੀਆਂ ਪਾ ਪਾ ਕੇ ਮਿਲਦੇ ਹਾਂ। ਕਿਸੇ ਬੰਦੇ ਨਾਲ ਦ્વੈਸ਼ ਹੈ, ਫਤਿਹ ਵੀ ਨਹੀਂ ਬੁਲਾਉਣ ਨੂੰ ਜੀ ਕਰਦਾ, ਮੂੰਹ ਪਰੇ ਕਰ ਲੈਂਦੇ ਹਾਂ। ਇਹ ਰਾਗ ਦ્વੈਸ਼ ਹਰ ਜਗ੍ਹਾ ਤੇ ਹੈ। ਇਹ ਨਾ ਸਮਝੋ ਵੀ ਮੈਨੂੰ ਰਾਗ ਦ્વੈਸ਼ ਕੋਈ ਨਹੀਂ। ਹਰ ਬੰਦੇ ਨੂੰ ਰਾਗ ਦ્વੈਸ਼ ਹੈ, ਹਰ ਜਗ੍ਹਾ ਤੇ ਰਾਗ ਦ્વੈਸ਼ ਹੈ। ਹਾਂਜੀ, ਹਰਖ ਸੋਗ ਕੋ ਜਹਾਂ ਨਾ ਲੇਸ਼। ਕਹਿੰਦੇ ਉਸ ਦੇਸ਼ ਵਿੱਚ ਬਾਣੀ ਲੈ ਜਾਂਦੀ ਹੈ ਜਿੱਥੇ ਨਾ ਜਨਮ ਹੈ, ਨਾ ਮਰਨ ਹੈ, ਨਾ ਰਾਗ ਹੈ, ਨਾ ਦ્વੈਸ਼ ਹੈ, ਨਾ ਹਰਖ ਹੈ, ਨਾ ਸੋਗ ਹੈ। ਉੱਥੇ ਨਾ ਮਹਾਰਾਜ ਬਾਣੀ ਕਹਿੰਦੇ ਉੱਥੇ ਸਦਾ ਹੀ ਆਨੰਦ ਹੈ। ਦੁੱਖ ਸੁੱਖ ਦਾ ਦਵੰਦ ਉੱਥੇ ਕੋਈ ਨਹੀਂ ਹੈ। ਗੁਰ ਪੰਖੀ ਕੋ ਬਾਸਾ ਤਹਾਂ। ਉੱਥੇ ਗੁਰੂ ਰੂਪੀ ਪੰਛੀ ਦਾ ਵਾਸਾ ਹੈ। ਗੁਰੂ ਉੱਥੇ ਰਹਿੰਦਾ। ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਜੈ ਅਵਗਤ ਨਾਥ ਅਗੰਮ ਧਨੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਗੁਰ ਜੋਗ ਕਾ ਤਹਾਂ ਨਿਵਾਸਾ। ਗੁਰੂ ਉੱਥੇ ਰਹਿੰਦਾ ਜਿੱਥੇ ਪਰਮੇਸ਼ਰ ਰਹਿੰਦਾ। ਪਰਮੇਸ਼ਰ ਕੀ ਹੈ? ਸਤਿਗੁਰੂ। ਸਤਿਗੁਰੂ ਕੀ ਹੈ? ਪਰਮੇਸ਼ਰ। ਦੋ ਨਹੀਂ ਹਨ। ਜਿਨ੍ਹਾਂ ਦੀ ਦ੍ਰਿਸ਼ਟੀ 'ਚ ਦੋ ਹੈ ਸਾਧ ਸੰਗਤ ਜੀ, ਉਹ ਕਦੀ ਗੁਰੂ ਬੰਦਾ
ਗਿਆਨ ਪ੍ਰਾਪਤ ਨਹੀਂ ਕਰ ਸਕਦੇ। ਸ੍ਰੀ ਕਲਗੀਧਰ ਪਾਤਸ਼ਾਹ ਸਾਫ਼ ਲਿਖ ਦਿੱਤਾ, ਕਹਿੰਦੇ ਜਿਹੜੇ ਇੱਕ ਰੂਪ ਕਰਕੇ ਪਛਾਣਨਗੇ ਉਹਨਾਂ ਨੇ ਸਿੱਧੀ ਪ੍ਰਾਪਤ ਕਰਨੀ ਹੈ, ਤੇ ਜਿਨ੍ਹਾਂ ਨੂੰ ਦੁਐਤ ਰੱਖਣੀ ਹੈ ਉਹਨਾਂ ਨੂੰ ਪ੍ਰਾਪਤੀ ਨਹੀਂ ਹੋਣੀ। ਇਹ ਮਹਾਰਾਜ ਦੀ ਬਾਣੀ 'ਚ ਬਚਨ ਆਉਂਦੇ ਨੇ। ਹਾਂਜੀ, ਇਕ ਰਸ ਆਨੰਦ ਉਡਦ ਨਿਤ ਜਹਾਂ। ਕਿਤੇ ਜਿੱਥੇ ਇੱਕ ਰਸ ਆਨੰਦ ਹੀ ਹੈ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਧੋ ਨਾਹੀ ਤੇ ਠਾਉ, ਨਾ ਤਸਵੀਰ ਖਿਰਾਜ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਪਾਈ। ਐਸਾ ਜਿਹੜਾ ਸੱਚਖੰਡ ਦਾ ਦਰਬਾਰ ਹੈ, ਉੱਥੇ ਬਾਣੀ ਲੈ ਜਾਂਦੀ ਹੈ, ਜਿੱਥੇ ਨਾ ਜੰਮਣਾ ਨਾ ਮਰਨਾ, ਨਾ ਖੁਸ਼ੀ ਨਾ ਗਮੀ, ਨਾ ਹਰਖ ਨਾ ਸੋਗ, ਨਾ ਕਿਸੇ ਚੀਜ਼ ਨਾਲ ਅਟੈਚਮੈਂਟ ਤੇ ਨਾ ਕਿਸੇ ਚੀਜ਼ ਨਾਲ ਦਵੈਸ਼। ਐਸਾ ਆਨੰਦ ਦਾ ਉਹ ਦੇਸ਼ ਹੈ। ਹਾਂਜੀ, ਜਿਹ ਪ੍ਰਣਾਮ ਨਾ ਹੋਤ ਕਦਾਈ। ਜਿੱਥੇ ਪ੍ਰਣਾਮ ਨਹੀਂ ਹੁੰਦਾ। ਪ੍ਰਣਾਮ ਕੀ ਹੁੰਦਾ ਸਾਧ ਸੰਗਤ ਜੀ? ਦੁੱਧ ਦਾ ਦਹੀਂ ਬਣ ਜਾਣਾ, ਤੇ ਦਹੀਂ ਦਾ ਫਿਰ ਮੱਖਣ ਬਣ ਜਾਣਾ, ਤੇ ਮੱਖਣ ਦਾ ਘਿਓ ਬਣ ਜਾਣਾ, ਤੇ ਘਿਓ ਦਾ ਕੜਾਹ ਪ੍ਰਸ਼ਾਦ ਬਣ ਜਾਣਾ। ਬਦਲ ਬਦਲ ਕੇ ਬਣ ਗਿਆ। ਹੁਣ ਤੁਸੀਂ ਕੜਾਹ ਪ੍ਰਸ਼ਾਦ ਨੂੰ ਘਿਓ ਬਣਾਓ, ਨਹੀਂ ਬਣਨਾ, ਤੇ ਘਿਓ ਨੂੰ ਮੱਖਣ ਬਣਾਉਣਾ ਚਾਹੋ, ਨਹੀਂ ਬਣਨਾ, ਤੇ ਮੱਖਣ ਦੀ ਦਹੀਂ ਬਣਾਉਣੀ ਚਾਹੋ, ਤੇ ਦਹੀਂ ਦਾ ਦੁੱਧ ਬਣਾਉਣਾ ਚਾਹੋ, ਨਹੀਂ ਬਣਨਾ। ਬਦਲ ਗਿਆ। ਸਾਡਾ ਸਰੀਰ ਪ੍ਰਣਾਮਵਾਦੀ ਹੈ। ਜਦੋਂ ਮਾਂ ਦੇ ਪੇਟ 'ਚ ਨਿਵਾਸ ਹੁੰਦਾ, ਇੱਕ ਖਸਖਸ ਦੇ ਦਾਣੇ ਤੋਂ ਵੀ ਛੋਟਾ ਹੁੰਦਾ। 9 ਮਹੀਨਿਆਂ ਵਿੱਚ ਕਿੱਡਾ ਬਾਲਕ ਬਣ ਕੇ ਜਨਮ ਲੈਂਦਾ, 40 ਦਿਨਾਂ 'ਚ ਦੁੱਗਣਾ ਹੋ ਜਾਂਦਾ, ਸਾਲ ਵਿੱਚ ਉਹ ਚੌਗਣਾ ਹੋ ਜਾਂਦਾ, 10 ਸਾਲਾਂ 'ਚ 8 ਗੁਣਾ ਹੋ ਜਾਂਦਾ, 20 ਸਾਲਾਂ 'ਚ 16 ਗੁਣਾ ਹੋ ਜਾਂਦਾ, ਪੂਰਾ ਜਵਾਨ ਹੋ ਜਾਂਦਾ। ਫਿਰ 40 ਸਹੀ ਪੁਰ ਹੋਏ, 85 ਪੱਖ ਹਿੱਸਾ 60 ਕੇ बुढ़ेपा आवे, 70 का मतहीन 80 का व्यवहार न पावे। बदलदा 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 हड्डियां दी ढेरी बन के 4 जने जाके फुल चुक के कीरतपुर साहब पा के आ जाते हैं। बदल जाता है। ये परिणामवादी है शरीर साडा। मन भी परिणामवादी। मन हुणे हुणे संत बनया बैठा, हुणे हुणे कोई ऐसी चीज वेख ली डर सकता, कामी हो सकता है, क्रोधी हो सकता है, बदलदा। कहते वो जिहड़ा परमेश्वर है ना, वो परिणाम नहीं हुंदा, बदलदा नहीं। वो स्वरूप सदा एक रस रहिंदा। चक्कर चे नर वर्ण जात अर पात नैन, जे रूप रंग अरेक पेकू कह न सकत के। अचल मूर्त है ओदी, चलाए मान नहीं हुंदी। ऐसा स्वरूप है वो वाहिगुरू दा। कह सिख सर को देत पुचाई। कहंदे सिख रूपी तीर नूं बाणी रूपी खंभ उस पंछी अकाल पुरख दे देश च पहुंचा दिंदे ने जिथे वो रहिंदा है। सचखंड वसै निरंकार, कर कर वेखै नदर निहाल। तथा अपर दृष्टांत सुनीजै। महाराज कहंदे खालसा जी होर दृष्टांत सुनो। जिसको जान नाम रस पीजै। उस नूं जान के तुहानूं नाम दा रस आवेगा। नाम दा रस पीना चाहुंदे हो, नाम जपना चाहुंदे हो, तां इह गल समझो, ध्यान नाल सुनो। साध संगत जी सुनन दी घाट आ गई साडे विच। ਅਸੀਂ ਸੁਣਦੇ ਨਹੀਂ ਅੱਜ ਕੱਲ। ਮਹਾਰਾਜ ਨੇ ਜਪਜੀ ਸਾਹਿਬ 'ਚ ਪਹਿਲਾਂ ਹੀ 4 ਪੌੜੀਆਂ ਸੁਣਨ ਦੀਆਂ ਹੀ ਲਿਖਤੀਆਂ ਵੀ ਸੁਣਨ ਵਾਲਾ ਮਿਲਣਾ। ਮਹਾਰਾਜ ਕਹਿੰਦੇ ਪਹਿਲਾਂ ਸੁਣੋ, ਫਿਰ ਉਹਨੂੰ ਮੰਨੋ, ਫਿਰ ਬਾਰ-ਬਾਰ ਦਾ ਚਿੰਤਨ ਕਰੋ। ਹਾਂਜੀ, ਨਾਮ ਪੰਖ ਨਾਮੀ ਸੋ ਬਿਹੰਗ। ਕਹਿੰਦੇ ਜਿਹੜਾ ਨਾਮ ਹੈ ਨਾ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਇਹ ਤਾਂ ਨੇ ਖੰਭ। ਤੇ ਜਿਹਦਾ ਇਹ ਨਾਮ ਹੈ ਨਾਮੀ ਯਾਨੀ ਪ੍ਰਮਾਤਮਾ, ਉਹ ਹੈ ਪੰਛੀ। परमेश्वर पंछी है, परमेश्वर पंछी है, ते ओदा नाम ओदे खंभ हन। जो जग्यासी लाग्यो संग। जेड़ा जग्यासू साडे वर्गा जीव है, ओनू जे नाम रूपी खंभ लग जाण, प्राण अंत लग त्याग्यो नाही, ओ अखीरले श्वास तक जपी जावे वाहिगुरू 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 जपी जावे। जब अखीरला श्वास आवे तो ਉਹਦੇ ਮੂੰਹ ਤੋਂ ਨਿਕਲੇ ਵਾਹਿਗੁਰੂ, ਤੇ ਬਸ ਫਿਰ ਮਜਾਇਲਾਂ ਪਿੱਛੇ ਰਹਿ ਜਾਣੀਆਂ ਨੇ, ਉਹਨੇ ਪਹਿਲਾਂ ਚਲੇ ਜਾਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੀਰਾਂ ਦੀ ਰਫ਼ਤਾਰ ਜਾਣੀ, ਫਿਰ ਤਾਂ ਸਪੀਡਾਂ ਨਾਲ ਜਾਣਾ, ਸ਼ੁਕਾਟੇ ਪਾਉਂਦਾ ਹੀ ਲੁੱਟ ਲੁੱਟ ਦਰਗਾਹ ਵੰਝ, ਉਹਦਾ ਸਿੱਧਾ ਅਕਾਲ ਪੁਰਖ ਦੇ ਦੇਸ਼ ਵਿੱਚ ਜਾ ਬੈਠੇਗਾ। ਹਾਂਜੀ, ਲਾਗਿਓ ਰਹਿਓ ਨਾਮ ਰਸ ਮਾਹੀ। ਜਿਹੜਾ ਨਾਮ ਦੇ ਰਸ ਵਿੱਚ ਲੱਗਾ ਰਿਹਾ, ਜਿਹਦੀ ਰਸਨਾ, ਜਿਹਦੀ ਜੀਭ ਤੋਂ ਸਵਾਸ ਸਵਾਸ ਵਾਹਿਗੁਰੂ 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 ਜਪੀਂਦਾ ਰਿਹਾ। ਪੰਖ ਨਾਮ ਲੈ ਸਰ ਜਗਿਆਸੀ। ਕਹਿੰਦੇ ਇਹ ਜਗਿਆਸੀ ਜੀਵ ਜਿਹੜਾ ਹੈ, ਇਹ ਤੀਰ ਹੈ ਤੇ ਨਾਮ ਰੂਪੀ ਖੰਭ ਹਨ। ਜਾਏ ਮਿਲਾਵਤ ਸ੍ਰੀ ਪ੍ਰਭ ਪਾਸੀ। ਇਹ ਪਰਮੇਸ਼ਰ ਨਾਲ ਜਾ ਕੇ ਮਿਲਾ ਦਿੰਦਾ ਹੈ ਨਾਮ।
ਜਹ ਨਾਮੀ ਕੋ ਦੇਸ ਸੁਹਾਵਨ। ਕਿੱਥੇ ਲੈ ਜਾਂਦਾ? ਜਿੱਥੇ ਨਾਮੀ ਦਾ ਪ੍ਰਭੂ ਦਾ ਦੇਸ਼ ਹੈ, ਸੋਹਣਾ ਦੇਸ਼ ਹੈ, ਵਾਹਿਗੁਰੂ ਦਾ ਸੱਚਖੰਡ ਹੈ। ਕਹਾਂ ਕਰਹਿ ਬਿਨ ਬਿਲਮ ਪੁਚਾਵਨ। ਬਿਨਾਂ ਦੇਰੀ ਦੇ ਨਾਮ ਉੱਥੇ ਪਹੁੰਚਾ ਦਿੰਦਾ ਮਹਾਰਾਜ ਦਾ ਨਾਮ। ਯਾ ਤੇ ਰਟਹੁ ਸਦਾ ਗੁਰਬਾਣੀ। ਇਸ ਕਰਕੇ ਖਾਲਸਾ ਜੀ ਹਰ ਵੇਲੇ ਗੁਰਬਾਣੀ ਰਟਿਆ ਕਰੋ, ਗੁਰਬਾਣੀ ਪੜ੍ਹਦੇ ਰਿਹਾ ਕਰੋ ਤੇ ਨਾਮ ਜਪਦੇ ਰਿਹਾ ਕਰੋ। ਜਗਤ ਉਦਾਹਰਨ ਪਰਖ ਨਿਸ਼ਾਨੀ। ਇਹ ਜਗਤ ਤੋਂ ਉਧਾਰ ਕਰਨ ਦੀ ਪ੍ਰੀਖਿਆ ਹੈ, ਪਰਖੀ ਹੋਈ ਨਿਸ਼ਾਨੀ ਹੈ, ਇਹ ਪੱਕੀ, ਇਹਦੇ ਤੇ ਕੋਈ ਸ਼ੱਕ ਨਹੀਂ ਜੇ। ਕਈ ਚੀਜ਼ਾਂ ਹੁੰਦੀਆਂ ਅਜਮਾ ਕੇ ਕਈ ਵਾਰੀ ਐਕਸਪੈਰੀਮੈਂਟ ਕਰ ਲਓ, ਹੋ ਸਕਦਾ ਫੇਲ ਹੋ ਜਾਣ। ਕਹਿੰਦੇ ਇਹ ਫੇਲ ਹੋਣ ਵਾਲਾ ਐਕਸਪੈਰੀਮੈਂਟ ਨਹੀਂਗਾ, ਇਹਦਾ ਪੱਕਾ ਜੇ 101% ਵੀ ਇਹਨੇ ਤੇ ਬੇੜਾ ਬੰਨੇ ਲਾਣਾ ਹੀ ਲਾਣਾ। ਅਜਾਮਲ ਵਰਗੇ ਪਾਪੀ, ਗਨਕਾ ਵਰਗੀਆਂ ਬੇਸ਼ਵਾਵਾਂ ਤਰ ਗਈਆਂ ਨਾਮ ਦੇ ਆਸਰੇ। ਮਹਾਰਾਜ ਕਹਿੰਦੇ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੈ ਰਵਿਦਾਸ। ਕਹਿੰਦੇ ਜਿਹੋ ਜਿਹੇ ਪਾਪੀ ਤਰ ਕੇ ਨਾਮ ਦੇ ਆਸਰੇ, ਜਿਨ੍ਹਾਂ ਨੇ ਸਾਰੀ ਉਮਰ ਪਾਪ ਹੀ ਕੀਤੇ, ਚੰਗਾ ਕੰਮ ਕੋਈ ਵੀ ਨਹੀਂ ਕੀਤਾ, ਉਹ ਨਾਮ ਦੇ ਆਸਰੇ ਤਰ ਕੇ ਤੂੰ ਕਿਉਂ ਨਹੀਂ ਤਰਦਾ? ਤੂੰ ਵੀ ਬੋਲ ਵਾਹਿਗੁਰੂ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਲਗੀਧਰ ਜੀ ਕਹਿ ਰਹੇ ਹਨ। ਉਠਤ ਬੈਠਤ ਥਿਤ ਕਹਿ ਚਾਲੀ। ਮਹਾਰਾਜ ਕਹਿੰਦੇ ਉੱਠਦਿਆਂ ਬਹਿੰਦਿਆਂ, ਸੌਂਦਿਆਂ ਜਾਗਦਿਆਂ, ਤੁਰਦਿਆਂ ਫਿਰਦਿਆਂ, ਜੋ ਵੀ ਕੰਮ ਕਰ ਰਹੇ ਹੋ, ਵਾਹਿਗੁਰੂ 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 ਵਾਹਿਗੁਰੂ, ਇਹ ਕੰਮ ਕੋਈ ਇਹ ਕਰੀ ਜੋ ਨਾਲ ਨਾਲ। ਉਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਤਾ ਜੀਓ। ਪਠੋ ਸ਼ਬਦ ਨਿਤ ਰਹੋ ਸੁਖਾਲੇ। ਗੁਰਬਾਣੀ ਪੜੋ, ਸ਼ਬਦ ਪੜੋ, ਸੌਖੇ ਰਹੋਗੇ। ਟੈਨਸ਼ਨਾਂ, ਪਰੇਸ਼ਾਨੀਆਂ, ਚਿੰਤਾ, ਨੀਂਦ ਦੀਆਂ ਗੋਲੀਆਂ ਖਾ ਕੇ ਨਹੀਂ ਸੌਣਾ ਪਏਗਾ। ਆਨੰਦ 'ਚ ਰਹੋਗੇ, ਖਿੜੇ ਰਹੋਗੇ। ਵਾਹਿਗੁਰੂ ਵਾਹਿਗੁਰੂ ਜਪੋ, ਬਾਣੀ ਪੜੋ। ਹਾਂਜੀ, ਬਹੁਰ ਨਾ ਹੋਏ ਜਗਤ ਮਹਿ ਫੇਰਾ। ਕਹਿੰਦੇ ਫਿਰ ਦੁਨੀਆ ਤੇ ਮੁੜ ਕੇ ਨਹੀਂ ਆਉਣਾ ਪਏਗਾ। ਇਸ ਸੰਸਾਰ ਵਿੱਚ ਬਹੁ ਰਮ ਕਾਹੇ ਆਵਾਂਗੇ, ਆਵਣ ਜਾਣਾ ਹੁਕਮ ਤਿਸੈ ਕਾ ਹੁਕਮ ਹੈ ਬੁਝ ਸਮਾਵਾਂਗੇ। ਅਸੀਂ ਕੀ ਲੈਣ ਆਣਾ ਇਸ ਝਮੇਲੇ 'ਚ? ਇੱਥੇ ਤਾਂ ਦੁੱਖ ਹੀ ਦੁੱਖ ਨੇ, ਪੀੜਾ ਹੀ ਪੀੜਾ ਨੇ, ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਨੇ। ਇੱਥੇ ਤਾਂ ਕੀ ਹੈ? ਇੱਥੇ ਕੀ ਲੈਣ ਆਣਾ? ਅਸੀਂ ਉੱਥੇ ਮਹਾ ਆਨੰਦ ਵਿੱਚ ਜਾ ਕੇ ਸਮਾਵਾਂਗੇ, ਬੇਗਮਪੁਰੇ ਜਾ ਕੇ ਰਵਾਂਗੇ, ਜੇਕਰ ਨਾਮ ਦਾ ਆਸਰਾ ਲਵਾਂਗੇ। ਕਰਹਿ ਉਬਾਰਨ ਗੁਰੂ ਬਡੇਰਾ। ਵੱਡੇ ਸਤਿਗੁਰੂ ਮਹਾਰਾਜ ਬਾਹ ਫੜਨਗੇ, ਨਰਕਾਂ ਚੋਂ ਕੱਢ ਲੈਣਗੇ। ਤਿਮਹੀ ਸਤਨਾਮ ਸਿਮਰੀਜੈ। ਇਹ ਭਾਈ ਸਿੱਖੋ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ, ਬਾਣੀ ਦਾ ਅਭਿਆਸ ਕਰੋ। ਇੱਕ ਵੀ ਸਵਾਸ ਨਾ ਬਿਰਥਾ ਲੀਜੈ। ਇੱਕ ਵੀ ਸਵਾਸ ਬਿਰਥਾ ਨਾ ਜਾਵੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹਰ ਸਵਾਸ ਵਾਹਿਗੁਰੂ 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 ਜਪੀ ਜਾਓ। ਕਥਾ ਸੁਣਦੇ ਵੀ ਜਪੀ ਜਾਓ, ਕੰਮ ਕਰਦੇ ਵੀ ਜਪੀ ਜਾਓ। ਜਿੱਥੇ ਵੀ ਬੈਠੇ ਹੋ ਸਵਾਸ ਸਵਾਸ ਵਾਹਿਗੁਰੂ 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 ਜਪੋ। ਇਹੀ ਤੁਹਾਡਾ ਕੰਮ ਹੈ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਨ ਜਿਹਵਾ ਕੇ ਸੰਗ ਮਿਲਾਏ। ਕਹਿੰਦੇ ਮਨ ਨੂੰ ਜੀਵ ਦੇ ਨਾਲ ਮਿਲਾ ਲੈਣਾ। ਜਦੋਂ ਵਾਹਿਗੁਰੂ ਕਹਿਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਮਨ ਨੂੰ ਕਹਿਣਾ। ਮਨ ਕਹਿ ਬੋਲ ਵਾਹਿਗੁਰੂ। ਜਦੋਂ ਹੌਲੇ ਹੌਲੇ, ਇੱਕ ਦਿਨ ਤਾਂ ਨਹੀਂ ਹੁੰਦਾ, ਮਹੀਨਿਆਂ 'ਚ ਵੀ ਨਹੀਂ ਹੁੰਦਾ, ਕਈ ਵਾਰੀ ਸਾਲਾਂ ਲੱਗ ਜਾਂਦੇ ਨੇ, ਪਰ ਲੱਗੇ ਰਹੋ। ਕਿਰਪਾ ਪਤਾ ਨਹੀਂ ਕਿਹੜੇ ਵੇਲੇ ਹੋ ਜਾਣੀ ਹੈ। ਮਨ ਭਟਕੇਗਾ, ਇਹਨੂੰ ਭਟਕਣ ਦਿਓ, ਫੇਰ ਆ ਜਾਏਗਾ। ਮਨ ਜੇਬਾ ਕੇ ਸੰਗ ਮਿਲਾਏ। ਜਦੋਂ ਮਨ ਤੇ ਜੀਭ ਦਾ, ਮਸ਼ਕੀਨ ਜੀ ਵੀ ਕਥਾ 'ਚ ਕਹਿੰਦੇ ਸੀ ਨਾ, ਕਹਿੰਦੇ ਜਦੋਂ ਮਨ ਦਾ ਤੇ ਜੀਭ ਦਾ ਤਾਲਮੇਲ ਬਣ ਜਾਏਗਾ ਨਾ, ਬਸ ਬੇੜਾ ਬੰਨਿਆ। ਹਾਂਜੀ, ਰੱਖ ਹੈ ਨਿਸ ਦਿਨ ਮਹਿ ਸੁਖਦਾਏ। ਕਹਿੰਦੇ ਦਿਨ ਰਾਤ ਮਨ ਤੇ ਜੀਭਾ ਜੁੜ ਜਾਵੇ, ਮਨ ਤੇ ਜੀਭਾ ਇਕੱਠੇ ਹੋ ਜਾਣ ਤੇ ਵਾਹਿਗੁਰੂ ਵਾਹਿਗੁਰੂ ਕਰਨ, ਦਿਨ ਰਾਤ ਸੌਖੀ ਸੌਖਾ, ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ। ਇਸ ਕੋ ਅੰਤ ਸਮਾਂ ਜਬ ਆਵੇ। ਇਸੇ ਅਭਿਆਸੀ ਦਾ ਜਦੋਂ ਅੰਤ ਸਮਾਂ ਆਉਂਦਾ ਹੈ, ਨਾਮੀ ਹਿਤ ਸਹਾਇਤਾ ਧਾਵੇ। ਤਾਂ ਉਸ ਵੇਲੇ ਪਰਮੇਸ਼ਰ ਉਹਦੀ ਸਹਾਇਤਾ ਲਈ ਦੌੜ ਕੇ ਆਉਂਦਾ। ਨਾਮੀ ਯਾਨੀ ਪ੍ਰਮਾਤਮਾ, ਨਾਮ ਜਪਣ ਵਾਲੇ ਦੀ ਸਹਾਇਤਾ ਲਈ ਆਪ ਆ ਜਾਂਦਾ ਪਰਮੇਸ਼ਰ। ਪੁੰਨ ਪਾਪ ਕੇ ਬੰਧਨ ਸਾਰੇ। ਉਹਦੇ ਸਾਰੇ ਪੁੰਨ ਪਾਪ ਦੇ ਬੰਧਨ ਕੱਟ ਦਿੰਦਾ। ਨਾਮੀ ਵਾਹਿਗੁਰੂ ਜਿਹੜਾ ਨਾ, ਨਾਮ ਜਪਣ ਵਾਲੇ ਦੇ ਪੁੰਨ ਵੀ ਮਿਟਾ ਦਿੰਦਾ, ਕਿਉਂਕਿ ਪੁੰਨ ਵੀ ਦੁਬਾਰਾ ਜਨਮ ਦਿੰਦੇ ਨੇ। ਮਾਫ ਕਰਨਾ, ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਪਾਪ ਕਰੋ ਤੇ ਪੁੰਨ ਨਾ ਕਰੋ, ਇਹ ਨਹੀਂ ਮੈਂ ਕਹਿ ਰਿਹਾ। ਪਾਪ ਦੁੱਖ ਦਿੰਦਾ, ਪੁੰਨ ਸੁੱਖ ਦਿੰਦਾ। ਇਸ ਦੁਨੀਆ ਦੇ ਵਿੱਚ ਅੱਗੇ ਬੰਧਨ ਹੈ। ਕਿਵੇਂ? ਜੇ ਪੁੰਨ ਕੀਤੇ ਨੇ, ਅਗਲਾ ਜਨਮ ਵਧੀਆ ਕਿਤੇ ਚੰਗੇ ਘਰ 'ਚ ਮਿਲ ਜਾਏਗਾ, ਹੋ ਸਕਦਾ ਉੱਥੇ ਸੁੱਖ ਜ਼ਿਆਦਾ ਮਿਲ ਜੇ, ਰਾਜ ਭਾਗ ਮਿਲ ਜੇ, ਫਿਰ ਪਾਪ ਕਰਨ ਲੱਗ ਜੇ। ਕਹਿੰਦੇ ਪੁੰਨ ਕਰਕੇ ਤਪੋਂ ਰਾਜ ਤੇ ਰਾਜੋਂ ਨਰਕ ਹੋ ਜਾਂਦਾ, ਪੁੱਠਾ ਕੰਮ ਚੱਲ ਜਾਂਦਾ। ਇਸ ਕਰਕੇ ਪੁੰਨ ਵੀ ਬੰਧਨ ਹੀ ਹੈ।
ਤੇ ਪਾਪ ਦੇ ਦੁੱਖ ਰੂਪ ਪ੍ਰਤਾਖੀ ਬੰਧਨ। ਕਹਿੰਦੇ ਜਿਹੜਾ ਨਾਮ ਅਭਿਆਸੀ ਮਹਾਤਮਾ ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚ ਜਾਂਦਾ ਨਾ, ਉਹਦੇ ਪਾਪ ਪੁੰਨ ਨਾਮ ਦੀ ਅਗਨੀ 'ਚ ਸੜ ਜਾਂਦੇ ਨੇ। ਉਹਦੇ ਪੁੰਨਾਂ ਨੂੰ ਤੇ ਉਹਦੇ ਪ੍ਰੇਮੀ ਜਗਿਆਸੂ ਸ਼ਰਧਾਵਾਨ ਜਿਹੜੇ ਉਹਦੀ ਉਪਮਾ ਕਰਦੇ ਨੇ, ਸਾਡੇ ਬਾਬੇ ਬੜੇ ਚੰਗੇ ਨੇ, ਸਾਡੇ ਸੰਤ ਬੜੇ ਮਹਾਂਪੁਰਸ਼ ਨੇ, ਬੜੇ ਕਰਨੀ ਵਾਲੇ ਨੇ, ਉਹ ਲੈ ਜਾਂਦੇ ਨੇ ਪੁੰਨ ਸੰਤਾਂ ਦੇ। ਤੇ ਸੰਤਾਂ ਦੇ ਪਾਪ ਕਿੱਧਰ ਜਾਂਦੇ ਨੇ? ਨਿੰਦਕਾਂ ਦੇ ਘਰ। ਜਿਹੜੇ ਕਹਿੰਦੇ ਆ ਵੱਡਾ ਪਖੰਡੀ ਬਾਬਾ ਬਣਿਆ ਫਿਰਦਾ, ਨਾਮ ਜਾਣਦੇ ਅਸੀਂ ਇਹਨੂੰ, ਇਹ ਪਹਿਲਾਂ ਆਹ ਕੰਮ ਕਰਦਾ ਹੁੰਦਾ ਸੀ, ਆਹ ਕਰਦਾ, ਉਹ ਉਹਦੇ ਪਾਪ ਲੈ ਜਾਂਦੇ। ਸੰਤ ਖਾਲੀ ਸਿੱਧੇ ਤੀਰ ਦੀ ਤਰ੍ਹਾਂ ਸੱਚਖੰਡ ਚਲੇ ਜਾਂਦੇ ਆ। ਮਹਾਰਾਜ ਕਹਿੰਦੇ ਪਾਪ ਪੁੰਨ ਮਿਟਾਉਣ ਲਈ ਪਰਮੇਸ਼ਰ ਆਪ ਆ ਜਾਂਦਾ, ਆਪ ਵਿਧੀ ਬਣਾ ਦਿੰਦਾ। ਹਾਂਜੀ, ਸ੍ਰੀ ਕਰਤਾਰ ਤੁਰਤ ਨਿਰਵਾਰੇ। ਕਾਲ ਪੁਰਖ ਵਾਹਿਗੁਰੂ ਤੁਰਤ ਹੀ ਉਹਨਾਂ ਦੇ ਪਾਪ ਨੂੰ ਦੂਰ ਕਰ ਦਿੰਦਾ, ਨਿਰਵਾਰ ਦਿੰਦਾ। ਨਿਕਟ ਆਪਣੇ ਜਨ ਕਰ ਰਾਖੇ। ਆਪਣੇ ਬਣਾ ਕੇ ਆਪਣੇ ਕੋਲ ਰੱਖ ਲੈਂਦਾ। ਜਿਸ ਪਦ ਕੋ ਜੋਗੀ ਅਬਲਾਖੇ। ਉਹ ਪਦਵੀ ਮਿਲ ਜਾਂਦੀ ਜਿਹਨੂੰ ਵੱਡੇ ਵੱਡੇ ਜੋਗੀ ਮੰਗਣਾ ਚਾਹੁੰਦੇ ਵੀ ਸਾਨੂੰ ਮਿਲ ਜਾਵੇ, ਨਹੀਂ ਮਿਲਦੀ, ਨਾਮੀ ਅਭਿਆਸੀਆਂ ਨੂੰ ਤਤਕਾਲ ਮਿਲ ਜਾਂਦੀ ਹੈ। ਅਨਕ ਯਤਨ ਤੇ ਸਾਧ ਹੈ ਜੋਗ। ਜਿਹੜਾ ਬੜੇ ਯਤਨ ਕਰਕੇ ਨਿਉਲੀ ਕਰਮ ਕਰੈ ਬਵਾਸਨ ਜੈਨ ਮਾਰਗ ਸੰਜਮ ਆਤ ਸਾਧਨ ਨਿਮਖ ਨਿਮਖ ਕਰ ਸ੍ਰੀ ਕਟਾਵੇ ਤਉ ਵੀ ਹੋਮੈ ਮੈਲ ਨ ਜਾਵੇ। ਜਿਹੜੇ ਬੜੇ ਸਾਧਨਾ ਕਰਕੇ ਸਾਧਨਾ ਕਰਦੇ ਨੇ, ਕੋਹੇ ਸੰਪੂਰਨ ਤਨ ਬਿਨ ਰੋਗ। ਕਹਿੰਦੇ ਸਾਰਾ ਸਰੀਰ ਵੀ ਅਰੋਗ ਹੋ ਜਾਂਦਾ, ਉਹਨਾਂ ਦਾ ਤਨ ਵੀ, ਸਾਰੇ ਉਹਨੂੰ ਸੁੱਖ ਮਿਲ ਜਾਂਦੇ ਨੇ ਯੋਗ ਸਾਧਨਾ ਕਰਨ ਵਾਲਿਆਂ ਨੂੰ। ਬ੍ਰਹਮ ਦਵਾਰ ਮੈਂ ਬ੍ਰਿਤੀ ਟਿਕਾਵੇ। ਔਰ ਫਿਰ ਉਹ ਨਾਮ ਜਪਣ ਵਾਲਿਆਂ ਦੀ ਬਿਰਤੀ ਬ੍ਰਹਮ ਬੰਧਨ ਵਿੱਚ ਟਿਕ ਜਾਂਦੀ ਹੈ। ਜੁਗਤ ਜੋਗ ਕੇ ਰਸ ਕੋ ਪਾਵੇ। ਔਰ ਜੋਗ ਦੀ ਜੁਗਤੀ ਨਾਲ ਰਸ ਪਾਉਂਦੇ ਨੇ, ਜੋਗ ਦਾ ਰਸ ਪੀਂਦੇ ਨੇ। ਸੋ ਅਬ ਕਲੀ ਕਾਲ ਮਹਿ ਨਾਹੀ। ਕਹਿੰਦੇ ਕਲਯੁਗ ਦੇ ਵਿੱਚ ਕਰਨਾ ਔਖਾ, ਕਿਉਂਕਿ ਇੰਨੀ ਸਮਰੱਥਾ ਨਹੀਂ ਯੋਗ ਸਾਧਨਾ ਕਰਨ ਦੀ, ਇੰਨਾ ਕੋਈ ਚੌਂਕੜਾ ਨਹੀਂ ਲਾ ਸਕਦਾ, ਇੰਨਾ ਕੋਈ ਆਪਣੇ ਰਸਾਂ ਕਸਾਂ ਨੂੰ ਜਿੱਤ ਨਹੀਂ ਸਕਦਾ, ਇੰਨੀ ਕਰੜੀ ਤਪੱਸਿਆ ਕਲਯੁਗ ਦੇ ਲੋਕ ਨਹੀਂ ਕਰ ਸਕਦੇ। ਯਾ ਤੇ ਰਮੋ ਨਾਮ ਰਸ ਮਾਹੀ। ਇਸ ਕਰਕੇ ਹੁਣ ਕਲਯੁਗ ਵਿੱਚ ਕੱਲ ਕੇਵਲ ਨਾਮ ਉਧਾਰ ਹੈ। ਵਾਹਿਗੁਰੂ 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 ਵਾਹਿਗੁਰੂ, ਇਹੀ ਹੈ ਜੋਗ ਬਣਿਆ ਤੇਰਾ ਕੀਰਤਨ ਗਾਈ। ਸਭ ਤੋਂ ਵੱਡਾ ਇਹੀ ਜੋਗ ਹੈ ਭਾਈ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹ ਕਰ ਲੋ, ਤੁਹਾਡਾ ਜੋਗ ਸਾਰਾ ਇਹਦੇ ਵਿੱਚ ਆ ਗਿਆ। ਹਾਂਜੀ, ਰਹਿਤ ਵਹਿਰ ਤਨ ਕੀ ਸਭ ਧਰੈ। ਮਹਾਰਾਜ ਕਹਿੰਦੇ ਮੇਰਾ ਖਾਲਸਾ ਜਿਹੜੀ ਬਾਹਰ ਦੀ ਤਨ ਦੀ ਰਹਿਤ ਹੈ ਉਹ ਵੀ ਧਾਰਨ ਕਰੇ। ਹੁਣ ਮਹਾਰਾਜ ਦੱਸਣ ਲੱਗੇ ਅੰਦਰਲੀ ਤੇ ਬਾਹਰਲੀ ਜੁਗਤੀ ਜਿਹੜੀ ਅਸੀਂ ਰਹਿਤ ਦੱਸੀ ਹੈ ਧਰੀਏ। ਮਹਾਰਾਜ ਕਹਿੰਦੇ ਪੜੀਐ ਸਰਬ ਗੁਰਨ ਗੁਰਬਾਣੀ ਰੱਖੀਐ ਰਹਿਤ ਜੋ ਮੋ ਬਖਾਨੀ। ਗੁਰੂਆਂ ਦੀ ਬਾਣੀ ਪੜ੍ਹਨੀ ਹੈ ਆ ਦਸਣ ਦੀ, ਜਿਹੜੀ ਅਸੀਂ ਤੁਹਾਨੂੰ ਰਹਿਤਨਾਮਿਆਂ 'ਚ ਸਿੱਖਿਆ ਦਿੱਤੀ ਉਹ ਧਾਰਨ ਕਰਨੀ ਹੈ, ਰਹਿਤ ਰੱਖਣੀ। ਪੜ੍ਹੀਐ ਸਰਬ ਗੁਰਨ ਗੁਰਬਾਣੀ ਰੱਖੀਐ ਰਹਿਤ ਜੋ ਹਮੋ ਬਖਾਨੀ। ਗੁਰੂ ਖਾਲਸਾ ਖਾਲਸਾ ਗੁਰੂ ਅਬ ਤੇ ਹੋਏ ਐਸੀ ਬਿਦ ਸ਼ੁਰੂ। ਕਹਿੰਦੇ ਆ ਹੁਣ ਕਲਾ ਵਰਤਾ ਦਿੱਤੀ ਆ, ਜੁਗੋ ਜੁਗੋ ਟੱਲ ਤੱਕ ਰਹੇਗੀ। ਤੁਸੀਂ ਗੁਰੂ ਦੀ ਰਹਿਤ ਰੱਖੋ, ਬਾਣੀ ਪੜ੍ਹੋ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੋ, ਪੰਥ ਦੇ ਵਿੱਚ ਰਹੋ, ਤੁਹਾਡਾ ਬੇੜਾ ਬੰਨੇ ਹੀ ਬੰਨਿਆ, ਬੇੜਾ ਪਾਰ ਲੰਘੇਗਾ, ਇਹ ਗਰੰਟੀ ਹੈ। ਹਾਂਜੀ, ਜਿਮ ਗੁਰ ਭਨਿਓ ਨਾ ਤਿਸ ਤੇ ਟਰੈ। ਜੋ ਗੁਰੂ ਨੇ ਕਿਹਾ ਉਹਦੇ ਤੋਂ ਅੱਗੇ ਪਿੱਛੇ ਨਾ ਹੋਵੇ, ਗੁਰੂ ਤੋਂ ਸਿਆਣਾ ਨਾ ਬਣੇ। ਅੰਤਰ ਬ੍ਰਿਤੀ ਨਾਮ ਲਿਵ ਲਾਵੇ। ਅੰਤਰ ਬਿਰਤੀ ਅੰਤਰਮੁਖੀ ਨਾਮ ਦੇ ਰਸ ਵਿੱਚ ਲਾਵੇ। ਗੁਰ ਮੂਰਤ ਕੋ ਹਿਰਦੈ ਵਸਾਵੇ। ਗੁਰ ਕੀ ਮੂਰਤ ਮਨ ਮੈਂ ਧਿਆਨ ਹਰ ਵੇਲੇ ਆਪਣੇ ਗੁਰਦੇਵ ਦਾ ਸਰੂਪ ਆਪਣੇ ਹਿਰਦੇ 'ਚ ਵਸਾ ਕੇ ਰੱਖੇ। ਪਾਰ ਬ੍ਰਹਮ ਪੂਰਨ ਕਰਤਾਰਾ। ਕਿਉਂਕਿ ਗੁਰੂ ਕੀ ਹੈ? ਪਾਰ ਬ੍ਰਹਮ, ਪਰੇ ਤੋਂ ਪਰੇ ਜੋ ਵਿਆਪਕ ਹੈ, ਜੋ ਸਰਵ ਵਿਆਪਕ ਹੈ, ਜੋ ਸਾਡੀ ਸੁਰਤੀ ਤੋਂ ਸਾਡੀ ਬੁੱਧੀ ਤੋਂ ਵੀ ਪਰੇ ਹੈ, ਜੋ ਪੂਰਾ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਕਰਤਾ ਪੁਰਖ ਹੈ। ਪਰਮੇਸ਼ਰ ਜਗਦੀਸ਼ ਉਦਾਰਾ। ਜੋ ਪਰਮੇਸ਼ਰ ਮਹਾਰਾਜ ਕਹਿੰਦੇ ਸਾਰਿਆਂ ਦਾ ਸੁਆਮੀ ਹੈ, ਸਾਰੇ ਜਗਤ ਦਾ ਮਾਲਕ ਹੈ ਔਰ ਉਦਾਰ ਆਤਮਾ ਹੈ। ਖੁੱਲਾ, ਉਹਦੇ ਮਨ 'ਚ ਕੋਈ ਟੈਨਸ਼ਨ ਨਹੀਂ, ਉਹ ਦਿੰਦਾ ਦੇ, ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਐਸਾ ਉਦਾਰ ਹੈ, ਉਹ ਦਿੰਦਿਆਂ ਹੋਇਆਂ ਕਦੀ ਗਿਣਤੀ ਨਹੀਂ ਕਰਦਾ। ਦੀਨ ਬੰਦ ਪ੍ਰਿਆ ਸਿੱਖਣ ਕੇਰਾ। ਉਹ ਦੀਨਾ ਗਰੀਬਾਂ ਦਾ ਮਿੱਤਰ ਹੈ, ਦੀਨ ਬੰਧੂ ਹੈ, ਜਿਹਦਾ ਕੋਈ ਦੁਨੀਆ ਦੇ ਮਿੱਤਰ ਨਹੀਂ, ਉਹਦਾ ਮਿੱਤਰ ਹੈ। ਉਹ ਆਪਣੇ ਪਿਆਰੇ ਸਿੱਖਾਂ ਦਾ ਮਿੱਤਰ ਹੈ। ਪ੍ਰਭ ਹਰ ਵਿਆਪਕ ਜਹ ਕਹਿ ਹੇਰਾ। ਉਹ ਪ੍ਰਭੂ ਸਭ ਥਾਂ ਤੇ ਵਿਆਪਕ ਹੈ। ਕੀੜੀ ਵਿੱਚ ਵੀ ਓਨਾ ਹੀ ਹੈ ਜਿੰਨਾ ਹਾਥੀ 'ਚ ਹੈ। ਇਹ ਨਹੀਂ ਵੀ ਹਾਥੀ 'ਚ ਆਤਮਾ ਮੋਟੀ ਹੈ ਤੇ ਕੀੜੀ 'ਚ ਛੋਟੀ ਹੈ, ਕਹਿੰਦੇ ਉਹ ਇੱਕੋ ਜਿੰਨਾ ਹੀ ਹੈ, ਸਰਵ ਘਟਾ ਵਿੱਚ ਵਿਆਪਕ ਹੈ। ਅਚੁੱਤ ਮਹਾਪੁਰਖ ਗੁਣ ਖਾਨੀ। ਉਹ ਪਰਮਾਤਮਾ ਅਚੁੱਤ ਹੈ, ਡਿੱਗਦਾ ਨਹੀਂ। ਆਪਾਂ ਸਾਰੇ ਮਾਂ ਦੇ ਪੇਟ ਤੋਂ ਡਿੱਗੇ ਹੋਏ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਨਹੀਂ ਮਾਂ ਦੇ ਪੇਟ ਤੋਂ ਡਿੱਗਿਆ, ਉਹਦਾ ਸਦਾ ਹੀ ਪ੍ਰਕਾਸ਼ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ।
ਉਹ ਪ੍ਰਮਾਤਮਾ ਮਹਾਪੁਰਖ ਹੈ, ਗੁਣਾਂ ਦੀ ਖਾਨ ਹੈ, ਪਰਮ ਕਿਰਪਾਲ ਪਰਮ ਸੁਖਦਾਨੀ। ਬੜਾ ਕਿਰਪਾਲੂ ਤੇ ਬੜਾ ਸੁੱਖਾਂ ਦਾ ਦਾਤਾ ਹੈ। ਨਿਰਭਉ ਨਿਰੰਕਾਰ ਨਿਰਕਾਲ। ਕਿਸੇ ਤੋਂ ਡਰਦਾ ਨਹੀਂ, ਉਹ ਨਿਰਭਉ ਹੈ, ਨਿਰੰਕਾਰ। ਉਹਦਾ ਕੋਈ ਚੱਕਰ ਚੇਨ, ਹੱਥ ਪੈਰ ਮੂੰਹ ਨੱਕ ਕੰਨ ਆਕਾਰ ਨਹੀਂ ਹੈ। ਉਹ ਕਾਲ ਤੋਂ ਰਹਿਤ ਹੈ। ਨਿਰਗੁਣ ਸਰਗੁਣ ਰੂਪ ਵਿਸਾਲ। ਉਹ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ। ਕਲਾ ਧਾਰ ਜਿਨ ਸਗਲੀ ਮੋਹੀ। ਉਹ ਸਾਰੇ ਇੰਗੈ ਨਿਰਗੁਣ ਉਂਗੈ ਸਰਗੁਣ। ਕੇਲ ਕਰਤ ਵਿੱਚ ਸੁਆਮੀ ਮੇਰਾ। नगर में आप बार पुने आपन प्रभ मेरे को सगर बसेरा। आपे राजन आपे राया, कह कह ठाकुर कह कह चेरा। वो किते नौकर बनया, किते मालिक बनया, किते दुकानदार बनया ते किते कस्टमर बनया, किते ओ कसाई बनया ते किते ओ बकरा बनया, ओ किते जालम बनया ते किते जुल्म दा नाश करने वाला धर्मी जोधा बनया। सब मैं जोत जोत है सोए, तिसदा चानण सब मैं चानण। सारी ओदी खेड है। प्रभु शंभु निरभਉ सब स्वामी। प्रभ शंभु अपने आप तो ही सुते प्रकाश है। स्वयं ने अपने आप तो मैंने हो गया, अपने आप तो ही होया, ਉਹਨੂੰ ਕੋਈ ਬਣਾਉਣ ਵਾਲਾ ਨਹੀਂ ਹੈ। ਉਹ ਮਹਾਰਾਜ ਨਿਰਭਉ ਹੈ, ਸਾਰਿਆਂ ਦਾ ਮਾਲਕ ਸੁਆਮੀ ਹੈ। ਮਧੂਸੂਦਨ ਨਿਤ ਅੰਤਰਜਾਮੀ। ਉਹ ਮਧ ਨਾਮ ਦੇ ਦੈਂਤਾਂ ਨੂੰ ਮਾਰਨ ਵਾਲਾ, ਸੂਦਨ ਨਾਸ਼ ਕਰਨ ਵਾਲਾ ਅੰਤਰਜਾਮੀ ਹੈ। ਜਗ ਜੀਵਨ ਜਗ ਰਚਨ ਵਿਧਾਤਾ। ਉਹ ਸਾਰੇ ਜਗ ਦਾ ਜੀਵਨ ਹੈ। ਹਉ ਗੁਣ ਬੰਧ ਸਗਲ ਕੀ ਜੀਵਨ। ਜਿਤਨੀ ਸ੍ਰਿਸ਼ਟੀ ਹੈ, ਜਿੰਨੇ ਜੀਵ ਹਨ, ਉਹਨਾਂ ਦੇ ਅੰਦਰ ਜਿਹੜੀ ਜੀਵ ਕਲਾ ਹੈ ਉਸੇ ਦੀ ਹੈ। ਜੇ ਉਹ ਨਾ ਹੋਵੇ, ਕੋਈ ਜਿੰਦਾ ਜੀਵ ਹੋਵੇ ਹੀ ਨਾ। ਇਸ ਕਰਕੇ ਸਭ ਦਾ ਜੀਵਨ ਆਧਾਰ ਹੈ, ਬੇਸ ਹੈ। ਉਹ ਪ੍ਰਮਾਤਮਾ ਜਗ ਨੂੰ ਤਾਰਨ ਵਾਲਾ ਹੈ। ਨਾਰਾਇਣ ਨਰਪਤ ਜਗਦਾਤਾ। ਉਹ ਨਾਰਾਇਣ ਨਰਾਂ ਦਾ ਪਤੀ, ਜਗਤ ਦਾ ਦਾਤਾ ਹੈ। ਦੁਸ਼ਟਨ ਗੰਜਨ ਜਨ ਮਨ ਰੰਜਨ। ਕਲਗੀਧਰ ਕਹਿੰਦੇ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਤੇ ਭਗਤਾਂ ਦੇ ਮਨਾਂ ਨੂੰ ਖੁਸ਼ੀਆਂ ਦੇਣ ਵਾਲਾ ਹੈ। ਕਰਤਾ ਪੁਰਖ ਅਨੰਤ ਅਭੰਜਨ। ਉਹ ਕਰਤਾ ਪੁਰਖ ਹੈ, ਉਹਦਾ ਅੰਤ ਕੋਈ ਨਹੀਂ, ਉਹਦਾ ਨਾਸ਼ ਵੀ ਨਹੀਂ ਹੁੰਦਾ। ਸਤ ਰੂਪ ਜੋਤਨ ਕੀ ਜੋਤ। ਉਹ ਸਤ ਸਰੂਪ ਹੈ, ਸਦਾ ਹੀ ਹੈ ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ। ਜੇ ਕੋਈ ਕਹੇ ਨਹੀਂ ਹੈ ਤਾਂ ਕਹਿੰਦੇ ਉੱਥੇ ਵੀ ਹੈ, ਨਹੀਂ ਦੇ ਵਿੱਚ ਵੀ ਹੈ ਤਾਂ ਰਹਿਣਾ ਹੀ ਹੈ। ਸਤ ਹੈ ਬਸ, ਹੈ ਤਾਂ ਸਹੀ ਲਖੈ ਜੋ ਕੋਈ। ਕਹਿੰਦੇ ਹੈ ਤਾਂ ਸਹੀ, ਅੱਖਾਂ ਨਹੀਂ ਖੋਲਦੇ ਰਹੇ। ਉਹ ਪਰਮੇਸ਼ਰ ਸਦਾ ਹੀ ਹੈ, ਸਤਰੂਪ ਜੋਤਨ ਕੀ ਜੋਤ। ਜਿੰਨੀਆਂ ਜੋਤਾਂ ਹਨ, ਉਹਦੀ ਪਰਮ ਜੋਤ ਉਹ ਹੈ। ਜਿੰਨੀ ਸੰਸਾਰ 'ਚ ਜੋਤੀ, ਸੂਰਜ ਦੀ ਜੋਤੀ, ਚੰਦਰਮਾ ਦੀ ਜੋਤੀ, ਤਾਰਿਆਂ ਦੀ ਜੋਤੀ, ਔਰ ਬਿਜਲੀ ਚਮਕਦੀ ਇਹਦੀ ਜੋਤੀ, ਔਰ ਜਿਹੜੀ ਸਾਧ ਸੰਗਤ ਜੀ ਆਪਾਂ ਅੱਗ ਬਾਲਦੇ ਆ ਇਹਦੀ ਜੋਤੀ। ਉਹ ਇੱਕ ਜੁਗਨੂ ਹੁੰਦਾ ਛੋਟਾ ਜਿਹਾ, ਉਹਦੇ 'ਚ ਵੀ 6 ਜੋਤੀਆਂ ਮੰਨੀਆਂ ਨਾ। 6 ਜੋਤੀਆਂ ਦੇ ਵਿੱਚ ਜੋਤ ਕਿਹੜੀ ਕੰਮ ਕਰ ਰਹੀ? ਪਰਮ ਜੋਤ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਵਰਤ ਗੋਰ ਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਦਮ ਸੰਜਮ, ਏਕ ਬਿਨਾ ਨ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸਤਾ ਇਨ ਖਾਲਸ ਜਾਣੈ। ਉਹ ਪਰਮ ਜੋਤ ਹੈ। ਇਹ ਸੱਤਾ ਤੇ ਜਗਤ ਉਦੋਤ। ਉਹਦੀ ਸੱਤਾ ਨਾਲ ਇਹ ਜਗਤ ਦਿਸ ਰਿਹਾ ਹੈ। ਇਹ ਜਗਤ ਕਿਹਦੇ ਨਾਲ ਦਿਸ ਰਿਹਾ? ਉਹਦੀ ਤਾਕਤ ਨਾਲ। ਜੇ ਸਾਡੇ ਅੰਦਰ ਉਹ ਨਾ ਹੋਵੇ, ਆ ਸਾਰੀ ਬਿਲਡਿੰਗ ਹੋਵੇ ਬਣੀ ਹੋਵੇ, ਆਪਾਂ ਇੱਥੇ ਨਾ ਹੋਈਏ, ਕੌਣ ਦੇਖੇਗਾ ਇਹਨੂੰ? ਆਪਣੇ ਅੰਦਰ ਅੱਜ ਇੰਨੀ ਸੰਗਤ ਬੈਠੀ, ਜੇ ਮੇਰੇ ਅੰਦਰ ਚੇਤਨਾ ਨਾ ਹੋਵੇ, ਮੈਂ ਤੁਹਾਨੂੰ ਦੇਖ ਹੀ ਨਹੀਂ ਸਕਦਾ। ਤੁਸੀਂ ਆਪਣੇ ਆਪਣੇ ਸਾਰੇ ਆਲੇ ਦੁਆਲੇ ਦੇਖ ਲਓ, ਦੇਖ ਰਹੇ ਹੋ ਕਿ ਨਹੀਂ ਸੰਗਤ ਬੈਠੀ? ਕਿਹਦੇ ਆਸਰੇ ਦੇਖ ਰਹੇ ਹੋ? ਉਹ ਜਿਹੜੀ ਅੰਦਰ ਪਰਮ ਜੋਤ ਹੈ। ਉਹ ਜੋਤ ਤੋਂ ਬਿਨਾਂ ਇਹ ਦਿਖਦਾ ਨਹੀਂ ਸੰਸਾਰ। ਦੇਖਣ ਵਾਲਾ ਵੀ ਆਪ ਹੈ ਤੇ ਦਿਸਣ ਵਾਲਾ ਵੀ ਆਪ ਹੈ। ਪਰਮਾਤਮ ਨਰ ਹਰ ਅਬਿਨਾਸੀ। ਉਹ ਪਰਮਾਤਮਾ ਨਰ ਹਰੀ ਹੈ, ਸਾਰਿਆਂ ਮਨੁੱਖਾਂ ਦਾ ਸੁਆਮੀ ਮਾਲਕ ਹੈ। ਨਰ ਨਾਮ ਮਨੁੱਖ ਦਾ, ਹਰੀ ਨਾਮ ਸ਼ੇਰ ਦਾ। ਨਰ ਸਿੰਘ ਰੂਪ ਧਾਰਨ ਹੋ ਕੇ ਉਹਨੇ ਸਾਧ ਸੰਗਤ ਜੀ ਉਸ ਦੁਸ਼ਟ ਹਰਨਾਕਸ਼ ਨੂੰ ਮਾਰਿਆ ਹੈ। ਹਾਂਜੀ, ਰੂਪ ਨ ਰੰਗ ਨ ਘਟ ਘਟ ਵਾਸੀ। ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਘਟ ਘਟ ਵਿੱਚ ਵਸ ਰਿਹਾ ਹੈ। ਪੁਰਸ਼ੋਤਮ ਪਾਵਨ ਦੁਖ ਹਾਰੀ। ਉਹ ਸਾਰਿਆਂ ਤੋਂ ਉੱਤਮ ਪੁਰਸ਼ ਹੈ, ਪਵਿੱਤਰ ਹੈ, ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਮਹਿਤ ਮਨੋਹਰ ਆਨੰਦਕਾਰੀ। ਵੱਡਿਆਂ ਤੋਂ ਵੱਡਾ ਹੈ ਤੇ ਮਨ ਨੂੰ ਹਰਨ ਵਾਲਾ ਹੈ ਤੇ ਆਨੰਦ ਦੇਣ ਵਾਲਾ ਹੈ। ਪਦਮਾ ਪਤ ਮਾਧਵ ਗੋਬਿੰਦ। ਉਹ ਮਾਇਆ ਪਦਮਾ ਦਾ, ਲక్ష్ਮੀ ਦਾ ਪਤੀ ਹੈ। ਜਿੰਨੀ ਹੈ ਲక్ష్ਮੀ ਹੈ ਨਾ, ਲక్ష్ਮੀ ਕੀ ਹੈ? ਸਾਧ ਸੰਗਤ ਜੀ, ਲਕਸ਼ਣਾ ਸਹਿਤ ਜਾਣੀ ਜਾਂਦੀ ਹੈ।
ਲੱਛਣ ਨੇ ਨਾ ਮਾਇਆ ਦੇ ਵੀ ਆ ਕਾਲਾ ਹੈ, ਪੀੜਾ ਹੈ, ਮੋਟਾ ਹੈ, ਪਤਲਾ ਹੈ, ਵੱਡਾ ਹੈ, ਛੋਟਾ ਹੈ, ਗਰੀਬ ਅਮੀਰ ਹੈ, ਮਾਇਆ ਦਿਸ ਰਹੀ ਹੈ। ਜੋ ਕਿਛ ਦ੍ਰਿਸ਼ਟਾ ਗੋਚਰ ਆਵਤ ਤੱਕ ਉਹ ਮਨ ਮਾਇਆ ਠਹਿਰਾ। ਉਸ ਮਾਇਆ ਦਾ ਪਤੀ ਪਦਮਾਪਤੀ, ਉਹ ਪਦਮਾਪਤੀ ਵਾਹਿਗੁਰੂ ਕਹਿੰਦੇ ਮਾਧਵ ਮਾਇਆ ਦਾ ਪਤੀ ਸਵਾਮੀ ਮੁਕੰਦ ਮੁਕਤੀ ਦੇਣ ਵਾਲਾ ਹੈ। ਵਾਹਿਗੁਰੂ ਸਤਿਗੁਰੂ ਮੁਕੰਦ, ਵਾਹਿਗੁਰੂ ਹੈ, ਸਤਿਗੁਰੂ ਹੈ, ਮੁਕਤੀ ਦਾਤਾ ਹੈ। ਹਲਦਲ ਹਰਤਾ ਗਰਭ ਪ੍ਰਹਾਰੀ, ਮੂਰਖਾਂ ਦੇ ਦਲਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਹੰਕਾਰ ਨੂੰ ਤੋੜਨ ਵਾਲਾ ਹੈ। ਰਾਮ ਕ੍ਰਿਸ਼ਨ ਗੋਬਿੰਦ ਮੁਰਾਰੀ, ਕਿਤੇ ਉਹ ਰਾਮ ਬਣਿਆ, ਕਿਤੇ ਕ੍ਰਿਸ਼ਨ ਬਣਿਆ, ਕਿਤੇ ਗੋਬਿੰਦ ਬਣਿਆ, ਕਿਤੇ ਮੁਰਾਰੀ ਬਣਿਆ ਹੈ। ਗਨ ਜਨਾਰਦਨ ਬਿਖਵਖ ਸੈਨਾ, ਉਹ ਕਿਤੇ ਜਨਾਰਦਨ ਬਣਿਆ ਹੈ, ਕਿਤੇ ਉਹ ਸ਼ਿਵਜੀ ਭਗਵਾਨ ਬਣਿਆ ਹੈ। ਬਿਖ ਜਿਹੜਾ ਜ਼ਹਿਰ ਨੂੰ ਧਾਰਨ ਕਰਨ ਵਾਲਾ, ਉਹਦੀ ਸੈਨਾ ਕਿਹੜੀ ਹੈ ਸਾਧ ਸੰਗਤ ਜੀ? ਕਹਿੰਦੇ ਸ਼ਿਵ ਜੀ ਨੇ ਜ਼ਹਿਰ, ਦੇਵਤਿਆਂ ਦੇ ਦੈਂਤਾਂ ਨੇ ਬਾਕੀ ਚੀਜ਼ਾਂ ਵੰਡ ਲੀਆਂ, ਜ਼ਹਿਰ ਨੂੰ ਦੇਵਤੇ ਲੈਣ ਨਾ ਦੈਂਤ ਕੌਣ ਸਾਂਭੇ? ਸ਼ਿਵ ਜੀ ਮਾਰੇ ਕਹਿੰਦੇ ਲਿਆਓ ਸਾਨੂੰ ਦੇ ਦਿਓ। ਉਹਨਾਂ ਨੇ ਲਿਆ ਕੇ ਗਲ ਵਿੱਚ ਧਾਰਨ ਕਰ ਲਿਆ। ਅੱਜ ਵੀ ਉਹਨਾਂ ਦੇ ਗਲ ਵਿੱਚ ਜਿੰਨੇ ਸੱਪ, ਠੂਏ, ਬਿੱਛੂ, ਕਿਰਲੀਆਂ, ਵੱਛਰ, ਜਿੰਨਾ ਕੁਛ ਜ਼ਹਿਰ ਨਾਲ ਭਰਿਆ ਹੋਇਆ, ਸ਼ਿਵ ਜੀ ਦੀ ਸੈਨਾ ਸਾਰੀ। ਉਹਦੇ ਤੇ ਕਿਤੇ ਟਿਕਣਾ ਹੀ ਹੈ, ਉਹਨੇ ਜ਼ਹਿਰ ਨੂੰ ਵੀ ਤੇ ਕਿਸੇ ਨੇ ਰੱਖਣਾ ਹੀ ਹੈ। ਕੁਦਰਤ ਦੀ ਕੋਈ ਨਾ ਕੋਈ, ਜਿਵੇਂ ਘਰ 'ਚ ਕੋਈ ਚੀਜ਼ ਹੁੰਦੀ ਆ, ਆਪਾਂ ਕਿਤੇ ਤੇ ਰੱਖਾਂਗੇ ਹੀ। ਪਰਮੇਸ਼ਰ ਦੇ ਘਰ ਵਿੱਚ ਜ਼ਹਿਰ ਵੀ ਹੈ, ਉਹ ਕਿੱਥੇ? ਕਹਿੰਦੇ ਸ਼ਿਵ ਜੀ ਦੇ ਆਪਣੇ ਗਲ 'ਚ ਪਾਇਆ ਹੋਇਆ। ਉਹ ਜ਼ਹਿਰ ਨੂੰ ਵੀ ਧਾਰਨ ਕਰੀ ਬੈਠਾ, ਉਹ ਅੰਮ੍ਰਿਤ ਨੂੰ ਵੀ ਧਾਰਨ ਕਰੀ ਬੈਠਾ। ਕੈਸਾ ਉਹਦਾ ਅਚਰਜ ਸਰੂਪ ਹੈ। ਹਾਂਜੀ, ਕਲਮਲ ਹਰਤਾ ਪੰਕਜ ਨੈਣਾ, ਉਹ ਪਾਪਾਂ ਦਾ ਨਾਸ਼ ਕਰਨ ਵਾਲਾ। ਉਹਦੀਆਂ ਕਮਲ ਵਰਗੀਆਂ ਸੋਹਣੀਆਂ ਅੱਖਾਂ ਹਨ, ਤੇਰੇ ਬੰਕੇ ਲੋਇਣ ਦੰਤ ਰਿਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ। ਯੋਗੇਸ਼ਵਰ ਕੇ ਧਿਆਨ ਬਸਈਆ, ਕਲਗੀਧਰ ਪਾਤਸ਼ਾਹ ਕਹਿੰਦੇ ਉਹ ਵੱਡੇ ਵੱਡੇ ਮਹਾਂਪੁਰਸ਼ਾਂ ਜੋਗੀਆਂ ਦੇ ਧਿਆਨ ਵਿੱਚ ਵਸਦਾ, ਉਹਨਾਂ ਦੇ ਹਿਰਦੇ 'ਚ ਵਸਦਾ। ਹਾਂਜੀ, ਸ਼ਿਆਮ ਰੂਪ ਅਨੂਪ ਸੁਹਈਆ, ਉਹ ਸ਼ਿਆਮ ਸਰੂਪ ਹੈ, ਉਪਮਾ ਤੋਂ ਰਹਿਤ ਹੈ ਤੇ ਸਭ ਥਾਂ ਤੇ ਉਹ ਸਹਾਇਤਾ ਕਰਦਾ ਹੈ। ਖੜਗ ਕੇਤ ਅਸਕੇਤ ਨਿਰੰਜਨ, ਉਹ ਖੜਗ ਕੇਤ ਹੈ। ਖੜਗ ਕੇਤ ਮੈਂ ਸ਼ਰਨ ਤਿਹਾਰੀ। ਇਹ ਕਲਗੀਧਰ ਪਾਤਸ਼ਾਹ ਦੇ ਆਪਣੇ ਰੱਖੇ ਹੋਏ ਨਾਮ ਨੇ ਪਰਮੇਸ਼ਰ ਦੇ, ਕਿਉਂਕਿ ਜੈਸੇ ਸਰੂਪ ਵਿੱਚ ਪਰਮੇਸ਼ਰ ਨੂੰ ਰਾਧੀਏ ਉਸੇ ਰੂਪ 'ਚ ਦਰਸ਼ਨ ਦੇ ਦਿੰਦਾ। ਉਹ ਖੜਗ ਕੇਤ ਹੈ, ਅਸਕੇਤ ਹੈ, ਮਾਇਆ ਦੀ ਕਾਲਖ ਤੋਂ ਰਹਿਤ ਨਿਰੰਜਨ ਹੈ। ਭਗਤਨ ਪ੍ਰਿਯ ਭਵ ਭਿਆਨ ਪ੍ਰਭੰਜਨ, ਭਗਤਾਂ ਦਾ ਪਿਆਰਾ ਹੈ ਤੇ ਸੰਸਾਰ ਨੂੰ ਨਾਸ਼ ਕਰਨ ਵਾਲਾ, ਸੰਸਾਰ ਦੇ ਜਨਮ ਮਰਨ ਦੇ ਬੰਧਨ ਮੇਟਣ ਵਾਲਾ ਹੈ। ਮਹਾਕਾਲ ਬੜ ਉਗਰ ਰੂਪ, ਉਹ ਮਹਾਕਾਲ, ਕਾਲਨ ਕੋ ਕਾਲ, ਮਹਾਕਾਲੂ ਕੋ ਕਾਲ ਹੈ। ਬੜਾ ਉਗਰ ਸਰੂਪ ਹੈ ਉਹਦਾ, ਬੜਾ ਭਿਆਨਕ ਸਰੂਪ ਹੈ ਉਹਦਾ, ਸਭ ਨੂੰ ਖਾ ਜਾਂਦਾ ਹੈ। ਕਾਲ ਰੂਪ ਹੋ ਕੇ ਕਾਲ ਨੇ ਕੋਈ ਚੀਜ਼ ਛੱਡਣੀ ਹੈ? ਆ ਜਿੰਨੇ ਸੋਹਣੇ ਸਰੀਰ ਨੇ ਖਾ ਜਾਣੇ ਨੇ, ਜਿੰਨੀਆਂ ਸੋਹਣੀਆਂ ਬਿਲਡਿੰਗਾਂ ਨੇ ਖਾ ਜਾਣੀਆਂ ਨੇ, ਜਿੰਨੇ ਸਮੁੰਦਰ ਨੇ, ਜਿੰਨੇ ਆਕਾਸ਼, ਚੰਦ, ਤਾਰੇ, ਗ੍ਰਹਿ, ਸਭ ਨੂੰ ਖਾ ਜਾਂਦਾ। ਕਾਲਨ ਕੋ ਕਾਲ, ਮਹਾਕਾਲ ਹੂ ਕੋ ਕਾਲ ਹੈ। ਉਹ ਕਾਲ ਸਰੂਪ ਹੈ। ਅਖੀਰ ਨੂੰ ਸਭ ਕੁਝ ਉਹਦੇ ਵਿੱਚ ਹੀ ਸਮੇਟਿਆ ਜਾਂਦਾ। ਸਭ ਉਹਦੇ ਸਮਾਜ ਦਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਐਸਾ ਸਰੂਪ ਹੈ। ਸ਼ਾਹਨ ਸ਼ਾਹ ਭੂਪ ਗਨ ਭੂਪੰ, ਸ਼ਾਹਾਂ ਦਾ ਸ਼ਾਹ ਹੈ, ਰਾਜਿਆਂ ਦਾ ਰਾਜਾ ਹੈ। ਇਤਿਆਦਿਕ ਜਿਹ ਨਾਮ ਅਪਾਰਾ, ਇਤਿਆਦਿਕ ਜਿਸ ਦੇ ਬੇਅੰਤੀ ਨਾਮ ਹਨ, ਕਥੇ ਨਾ ਜਾਏ। ਕਿੰਨੇ ਕੋ ਗਣ ਲੇਗਾ ਨਾਮ, ਉਹਦੇ ਨਾਮਾਂ ਦਾ ਕੋਈ ਅੰਤ ਨਹੀਂ ਹੈ। ਕਰ ਵਿਸਤਾਰ ਨ ਪਈਅਤ ਪਾਰਾ, ਮਹਾਰਾਜ ਕਹਿੰਦੇ ਜੇ ਵਿਸਤਾਰ ਕਰੀ ਜਾਈਏ, ਉਹਦੇ ਨਾਮ ਲਈ ਜਾਈਏ, ਉਹਦਾ ਅੰਤ ਨਹੀਂ ਪੈਂਦਾ। ਸਿਮਰਨ ਕਰਨ ਲੀਨ ਰਸ ਰਸਨਾ, ਬਸ ਉਹਦਾ ਤਾਂ ਸਿਮਰਨ ਹੀ ਕਰਨਾ, ਰਸਨਾ ਨਾਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹਦੇ ਜਿੰਨੇ ਨਾਮ ਨੇ ਪਿਆਰ ਨਾਲ ਜਪੀ ਜਾਓ। ਇਹੀ ਬਸ ਹੋ ਸਕਦਾ, ਉਹਦੇ ਨਾਮਾਂ ਦਾ ਅੰਤ ਨਹੀਂ ਪੈ ਸਕਦਾ। ਹਾਂਜੀ, ਸਦਾ ਸੁਖੀਨ ਪਰਹਿ ਜਮ ਬਸ ਨਾ, ਜਿਹੜਾ ਨਾਮ ਜਪਦਾ ਸਦਾ ਸੁਖੀ ਰਹਿੰਦਾ, ਜਮਾਂ ਦੇ ਵਸ ਨਹੀਂ ਪੈਂਦਾ। ਜਮ ਨੂੰ ਕੁਛ ਨਹੀਂ ਕਹਿ ਸਕਦੇ। ਜੋ ਕ੍ਰਿਤ ਕਰਹਿ ਮਾਨ ਸੋ ਆਛੇ, ਜੋ ਵਾਹਿਗੁਰੂ ਕਰਦਾ। ਹੁਣ ਮਹਾਰਾਜ ਸਿੱਖੀ ਦੀ ਜਾਚ ਦੱਸ ਰਿਹਾ ਸੀ ਕੀ ਕਰਨਾ। ਕਹਿੰਦੇ ਕਰਨਾ ਕੀ ਹੈ? ਨਾਮ ਜਪਣਾ, ਭਾਣਾ ਮੰਨਣਾ। ਜੋ ਵਾਹਿਗੁਰੂ ਕਰਦਾ ਠੀਕ ਹੈ, ਉਹਦਾ ਭਾਣਾ, ਉਹਦਾ ਹੁਕਮ ਸਿਰ ਮੱਥੇ ਤੇ ਹੈ। ਤਿਸ ਮਹਿ ਰਹੋ ਹਰਕਤ ਸੁਖ ਬਾਂਝੇ, ਜੋ ਕਰਦਾ ਉਹਦੇ ਖੁਸ਼ ਰਹੋ, ਉਹਦੇ ਹੁਕਮ ਵਿੱਚ ਚੱਲੋ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਤਨ ਹੰਤਾ ਕੋ ਤਿਆਗਨ ਕਰੀਏ ਹੈ, ਤੇ ਤਨ ਹੰਤਾ ਤਿਆਗੋ। ਤਨ ਹੰਤਾ ਕੀ? ਆਪਣੇ ਆਪ ਨੂੰ ਸਰੀਰ ਸਮਝਣਾ। ਮੈਂ ਇਹ ਆ, ਇਹ ਛੱਡੋ। ਇਹ ਤਾਂ ਕਿਰਾਏ ਦਾ ਕਮਰਾ ਹੈ। ਅੱਜ ਆਪਾਂ ਇਸ ਕਮਰੇ 'ਚ ਕਿਰਾਏ ਮਹੀਨਾ ਕੱਟ ਲਿਆ, ਇਹ ਕਮਰਾ ਛੱਡ ਕੇ ਦੂਜੇ ਕਮਰੇ ਚਲੇ ਗਏ, ਤੀਜੇ 'ਚ ਕਿਰਾਏਦਾਰ ਬਣ ਗਏ। ਏਦਾਂ ਪਤਾ ਨਹੀਂ ਕਿੰਨੇ ਕੁ ਏਦਾਂ ਦੇ ਸਰੀਰ ਧਾਰਨ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਛੱਡੋ ਪਰਾਵੇ, ਮੈਂ ਤਾਂ ਇਹ ਨਹੀਂਗਾ, ਮੈਂ ਕੁਝ ਹੋਰ ਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ।
ਪ੍ਰਭੂ ਰਜਾਏ ਹਰਖ ਅਨੁਸਰੀਐ ਹੈ ਉਸ ਪ੍ਰਭੂ ਦੀ ਰਜਾ ਵਿੱਚ ਰਾਜੀ ਰਵੋ, ਖੁਸ਼ ਰਵੋ। ਤੀਨੋਂ ਸਾਧਨ ਕੈਬਲ ਕੀਰੇ ਮਹਾਰਾਜ ਕਹਿੰਦੇ ਮੁਕਤੀ ਦੇ ਤਿੰਨੇ ਹੀ ਸਾਧਨ ਨੇ ਖਾਲਸਾ ਜੀ। ਸਤਿਗੁਰ ਦਏ ਬਤਾਏ ਬਡੇਰੇ ਉਹ ਗੁਰੂ ਨਾਨਕ ਨੇ ਸਾਨੂੰ ਦੱਸੇ ਨੇ। ਭਾਣਾ ਮਾਨਨ ਹੰਤਾ ਤਿਆਗਨ ਤਿੰਨ ਸਾਧਨ ਕਿਹੜੇ ਨੇ ਗੁਰੂ ਘਰ ਵਿੱਚ ਮੁਕਤੀ ਦੇ? ਭਾਣਾ ਮੰਨਣਾ ਤੇ ਹੰਗਤਾ ਤਿਆਗਣੀ ਸਤਨਾਮ ਸਿਮਰਨ ਲਿਵ ਲਾਗਨ ਤੇ ਸਤਨਾਮ ਦੇ ਵਿੱਚ ਬਿਰਤੀ ਟਿਕਾਣੀ। ਇਹੀ ਪਰਮ ਪਦ ਕੋ ਪਹੁੰਚਾਵੇ ਇਹੀ ਪਰਮ ਪਦ ਚ ਪਹੁੰਚਾ ਦਿੰਦੇ ਨੇ। ਕਿਰਪਾ ਜਿਨ ਹੋ ਪਰ ਸੋ ਚਲ ਜਾਵੇ ਜਿਨ੍ਹਾਂ ਦੇ ਕਿਰਪਾ ਹੁੰਦੀ ਉਹ ਇਸ ਮਾਰਗ ਤੇ ਚੱਲਦੇ ਨੇ, ਆਪਣੇ ਸਰੀਰ ਨੂੰ ਛੱਡ ਕੇ ਤੇ ਭਾਣਾ ਮੰਨਦੇ ਨੇ ਤੇ ਨਾਮ ਜਪਦੇ ਨੇ। ਵਹਿਰ ਕਿਰਿਆ ਸ਼ਸਤਰਨ ਅਭਿਆਸ ਤੇ ਖਾਲਸੇ ਨੇ ਬਾਹਰ ਦੀ ਕਿਰਿਆ ਕੀ ਕਰਨੀ ਹੈ? ਸ਼ਸਤਰਾਂ ਦਾ ਅਭਿਆਸ ਕਰਨਾ, ਹਮੇਸ਼ਾ ਸ਼ਸਤਰ ਧਾਰੀ ਰਹਿਣਾ ਤੇ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਪ੍ਰੈਕਟਿਸ ਕਰਨੀ ਹੈ ਖਾਲਸੇ ਨੇ। ਪਾਪੀ ਦੁਸ਼ਟਨ ਕਰਨ ਬਿਨਾਸ਼ ਪਰ ਪਾਪੀ ਦੁਸ਼ਟਾਂ ਦਾ, ਜ਼ਾਲਮਾਂ ਦਾ ਜੜ ਪੁੱਟਣੀ ਦਾ ਨਾਸ ਕਰਨਾ ਉਹਨਾਂ ਦਾ। ਸਤਿਗੁਰ ਕਰੀ ਪਰਮ ਬਖਸ਼ੀਸ਼ ਇਹ ਗੁਰੂ ਨੇ ਬਖਸ਼ਿਸ਼ ਕੀਤੀ ਕਲਗੀਧਰ ਜੀ ਖਾਲਸੇ ਨੂੰ। ਜਗ ਕੇ ਸੁਖ ਮਿਲਬੋ ਜਗਦੀਸ਼ ਮਹਾਰਾਜ ਕਹਿੰਦੇ ਸੰਸਾਰ ਦੇ ਸੁੱਖ ਵੀ ਮਿਲਣਗੇ ਤੇ ਪ੍ਰਮਾਤਮਾ ਵੀ ਮਿਲੇਗਾ, ਰਾਜ ਵੀ ਮਿਲੇਗਾ। ਖਾਲਸੇ ਨੂੰ ਤੇਗ ਤੇ ਧਾਰਨੀ ਹੋਵੋਗੇ, ਨਾਮ ਜਪੋਗੇ ਤੇ ਪਰਮੇਸ਼ਰ ਵੀ ਮਿਲੇਗਾ। ਇਹ ਲੋਕ ਸੁਖੀਏ ਪਰ ਲੋਕ ਸਹੇਲੇ ਬਣ ਜਾਓਗੇ। ਵੱਡੇ ਭਾਗ ਜਾਗਹਿ ਹੈ ਜਿਨ ਕੀਰੇ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਜਾਗਦੇ ਨੇ, ਕਿਸਮਤ ਖੁੱਲਦੀ ਹੈ, ਚਲੈ ਸੋ ਮਾਰਗ ਇਸੀ ਅਛੇਰੇ ਉਹ ਇਸ ਮਾਰਗ ਤੇ ਚੱਲਦੇ ਨੇ। ਜਿਮ ਅਰਜਨ ਸੰਗ ਭਾਖੀ ਜਿਵੇਂ ਗੀਤਾ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਮੈਦਾਨੇ ਜੰਗ ਵਿੱਚ ਅਰਜਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ। ਕਰਮ ਫਲਨ ਤੇ ਰਹੋ ਅਤੀਤਾ ਉਹਨਾਂ ਨੇ ਕੀ ਕਿਹਾ ਸੀ? ਅਰਜਨ ਤੂੰ ਯੁੱਧ ਕਰ, ਜਿੱਤ ਹਾਰ ਮੇਰੇ ਤੇ ਛੱਡ ਦੇ, ਕਰਮ ਕਰ, ਫਲ ਦੀ ਇੱਛਾ ਤਿਆਗ ਦੇ। ਧਰਮ ਧਰਨ ਆਯੁਧ ਕੋ ਧਾਰੀ ਧਰਿਐ ਹੈ ਕਿਉਂਕਿ ਤੂੰ ਛਤਰੀ ਹੈ, ਤੇਰਾ ਧਰਮ ਹੈ ਯੁੱਧ ਕਰਨਾ, ਇਸ ਕਰਕੇ ਆਪਣੇ ਧਰਮ ਤੋਂ ਪਿੱਛੇ ਨਾ ਹਟ, ਯੁੱਧ ਕਰ ਹੁਣ। ਆਪਣੀ ਸਾਖੀ ਰੂਪ ਵਿਚਰੀਐ ਹੈ ਹਾਂ ਕਹਿੰਦੇ ਇਹ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਜੀ ਆਪਣੇ ਆਪ ਨੂੰ, ਉਹਨਾਂ ਨੇ ਕਿਹਾ ਸੀ ਤੂੰ ਆਪਣੇ ਆਪ ਨੂੰ ਸਾਖੀ ਰੂਪ ਮੰਨ ਲੈ, ਵੱਖਰਾ ਵਿਟਨੈਸ, ਜੋ ਹੋ ਰਿਹਾ ਉਹ ਦੇਖੀ ਜਾ ਤੇ ਯੁੱਧ ਕਰੀ ਜਾ। ਆਪਣੇ ਆਪ ਨੂੰ ਕਰਤਾ ਨਾ ਬਣ, ਜੇ ਕਰਤਾ ਬਣੇਗਾ ਫਿਰ ਭੋਗਤਾ ਵੀ ਬਣੇਗਾ। ਜੇ ਤੂੰ ਕਹੇਗਾ ਵੀ ਮੇਰਾ ਤਾਂ ਕੰਮ ਹੈ ਵੀ ਡਿਊਟੀ ਕਰਨੀ, ਯੁੱਧ ਕਰਨਾ, ਫਲ ਦੇਣਾ ਪ੍ਰਭੂ ਨੇ, ਹਾਰ ਜਿੱਤ ਉਹਦੇ ਵਾਸ ਹੈ, ਫਿਰ ਤੈਨੂੰ ਬੰਧਨ ਨਹੀਂ ਪਵੇਗਾ। ਹਾਂਜੀ ਤਥਾ ਖਾਲਸੇ ਪ੍ਰਤ ਉਪਦੇਸ਼ ਅਸੀਂ ਵੀ ਉਹ ਉਪਦੇਸ਼ ਆਪਣੇ ਖਾਲਸੇ ਨੂੰ ਦੇ ਰਹੇ ਹਾਂ ਸਤਨਾਮ ਕੋ ਭਜਨ ਹਮੇਸ਼ ਕਿ ਹਰ ਵੇਲੇ ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਕਰੋ, ਜਪੋ। ਵਹਿਰ ਕਰਮ ਰਣ ਕਰਨ ਮਹਾਨੇ ਅੰਦਰੋਂ ਨਾਮ ਜਪਣਾ ਤੇ ਖਾਲਸੇ ਨੇ ਬਾਹਰੋਂ ਯੁੱਧ ਕਰਨਾ ਹੈ। ਖਾਲਸਾ ਸੋਏ ਜੋ ਕਰੇ ਨਿਤ ਜੰਗ, ਖਾਲਸਾ ਹਰ ਵੇਲੇ ਤਿਆਰ ਬਰ ਤਿਆਰ ਰਵੇ। ਹਾਂਜੀ ਕਰੋ ਸਦਾ ਸਭ ਵਿਦ ਸੁਖ ਠਾਨੇ ਕਹਿੰਦੇ ਜਦੋਂ ਇਹ ਕਰੋਗੇ ਤੇ ਲੋਕ ਪਰਲੋਕ ਸੁਖੀ ਹੋ ਜਾਓਗੇ। ਕਰੇ ਸ਼ੁੱਧ ਮਨ ਕੀ ਤਜ ਮੈਲ ਜਿਹੜਾ ਮਨ ਨੂੰ ਸ਼ੁੱਧ ਕਰਕੇ, ਮਨ ਦੀ ਮੈਲ ਛੱਡ ਕੇ ਇਹ ਨਾਮ ਜਪੇਗਾ। ਗਮਨੇ ਸੰਤ ਭਗਤ ਜਿਸ ਗੈਲ ਜਿਸ ਮਾਰਗ ਤੇ ਸੰਤ ਮਹਾਤਮਾ ਸਾਧੂ ਬ੍ਰਹਮ ਗਿਆਨੀ ਤੁਰੇ ਨੇ, ਉਸ ਮਾਰਗ ਤੇ ਖਾਲਸਾ ਤੁਰੇਗਾ। ਸਗਲ ਖਾਲਸੇ ਕੋ ਗੁਰ ਦਇਓ ਇਹ ਖਾਲਸੇ ਨੂੰ ਦਿੱਤਾ ਜਿਹੜਾ ਲੱਖਾਂ ਸਾਲਾਂ ਦਾ ਤਜਰਬਾ ਸੀ ਰਿਸ਼ੀਆਂ ਮੁਨੀਆਂ ਸਾਧੂਆਂ ਬ੍ਰਹਮ ਗਿਆਨੀਆਂ ਦਾ, ਉਹ ਮਹਾਰਾਜ ਨੇ ਖਾਲਸੇ ਨੂੰ ਦੇ ਦਿੱਤਾ ਹੈ। ਜੋਗੀ ਵੀ ਖਾਲਸਾ, ਗਿਆਨੀ ਵੀ ਖਾਲਸਾ, ਭਗਤ ਵੀ ਖਾਲਸਾ, ਜੋਧਾ ਵੀ ਖਾਲਸਾ, ਸਾਰੇ ਗੁਣ ਖਾਲਸੇ 'ਚ ਪਾ ਦਿੱਤੇ ਨੇ। ਜਿਨ ਕੇ ਭਾਗ ਵੱਡੇ ਤਿਨ ਲਿਓ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਲੈਣਗੇ ਖਾਲਸੇ ਦੀ ਪਦਵੀ। ਕਵ ਸੰਤੋਖ ਸਿੰਘ ਗੁਰ ਕਥਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਮੇਰੇ ਸਤਿਗੁਰਾਂ ਦੀ ਕਥਾ ਹੈ। ਕੀਨ ਬਨਾਵਨ ਮਮ ਮਤ ਜਥਾ ਜਿਵੇਂ ਮੇਰੀ ਮੱਤ ਹੈ ਮੈਂ ਉਵੇਂ ਲਿਖ ਰਿਹਾ ਹਾਂ। ਕਤਰਥ ਰਤ ਪੂਰੀ ਕਬ ਕਰ ਤਥਾ ਜਿਵੇਂ ਮੇਰੇ ਸਤਿਗੁਰੂ ਬੁੱਧੀ ਦੇ ਕੇ ਲਿਖਾ ਰਹੇ ਨੇ ਮੈਂ ਲਿਖ ਰਿਹਾ ਹਾਂ। ਇਹ ਚੌਥੀ ਰੁੱਤ ਸੰਪੂਰਨ ਹੋਈ ਹੈ। ਲੀਨੋ ਸਾਰ ਜਥਾ ਕ੍ਰਿਤ ਮਥਾ ਇਹ ਕਹਿੰਦੇ ਮੈਂ ਤਤ ਕੱਢਿਆ ਸਾਰ, ਜਿਵੇਂ ਘਿਓ ਕੱਢ ਲਈਦਾ ਮੱਖਣ ਵਿੱਚੋਂ। ਦਸ ਪਾਤਸ਼ਾਹਨ ਕੇ ਸੁਭ ਚਰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ 10 ਗੁਰੂ ਸਾਹਿਬਾਂ ਦੇ ਚਰਨ, ਧਰ ਕਰ ਧਿਆਨ ਬਿਗਨ ਕੇ ਹਰਨ ਮੈਂ 10 ਪਾਤਸ਼ਾਹੀਆਂ ਦੇ ਚਰਨਾਂ ਦਾ ਧਿਆਨ ਧਰ ਕੇ ਆਪਣੇ ਸਾਰੇ ਵਿਘਨ ਦੂਰ ਕੀਤੇ ਨੇ। ਕਵਿਤਾ ਦੇ ਲਿਖਣ ਵਿੱਚ ਬੜੇ ਵਿਘਨ ਹੁੰਦੇ ਨੇ, ਜਦੋਂ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਵਿਘਨ ਦੌੜ ਜਾਂਦੇ ਨੇ। ਹਾਂਜੀ ਅਬਿਲਾਖਾ ਨਿਜ ਪੂਰਨ ਕਰੀ ਤੇ ਮੇਰੇ ਸਤਿਗੁਰਾਂ ਨੇ ਮੇਰੀ ਇੱਛਾ ਪੂਰੀ ਕਰ ਦਿੱਤੀ ਹੈ। ਦੁਸ਼ਟਨ ਕੀਮਤ ਕਛ ਨ ਹੈ ਅਰੀ ਕਹਿੰਦੇ ਦੁਸ਼ਟਾਂ ਦੀ ਰਾਤ ਰੁਕਾਵਟ ਨਹੀਂ ਕੋਈ ਪਈ ਰਸਤੇ ਵਿੱਚ। ਸੋ ਖਾਲਸਾ ਜੀ ਇਹ ਚੌਥੀ ਰਾਸ ਚੌਥੀ ਰੁੱਤ ਜਿਹੜੀ ਹੈ ਇੱਥੇ ਸੰਪੂਰਨ ਹੋਈ ਹੈ। ਸ੍ਰੀ ਗੁਰਪ੍ਰਤਾਪ ਸੂਰਜ ਨੂੰ ਭਾਈ ਸਾਹਿਬ ਨੇ ਇਸ ਤਰ੍ਹਾਂ ਲਿਖਿਆ, ਜਿਵੇਂ ਸੂਰਜ ਸਾਲ ਵਿੱਚ 12 ਰਾਸਾਂ ਵਿੱਚੋਂ 12 ਮਹੀਨਿਆਂ ਚੋਂ ਨਿਕਲਦਾ,
12 ਮਹੀਨੇ ਹੁੰਦੇ ਨੇ, 12 ਰਾਸਾਂ ਹੁੰਦੀਆਂ ਨੇ। ਇੱਕ ਰਾਸ 'ਚ 1 ਮਹੀਨਾ ਰਹਿੰਦਾ। ਇਸ ਗ੍ਰੰਥ ਦੀਆਂ 12 ਰਾਸਾਂ ਨੇ। ਫਿਰ ਸੂਰਜ 6 ਰੁੱਤਾਂ ਚੋਂ ਨਿਕਲਦਾ ਹੈ। 2-2 ਮਹੀਨੇ ਦੀ ਇੱਕ ਰੁੱਤ ਹੁੰਦੀ ਹੈ, ਜਿਵੇਂ ਬਸੰਤ ਰੁੱਤ, ਫਿਰ ਗ੍ਰੀਖਮ ਰੁੱਤ, ਫਿਰ ਵਰਖਾ ਰੁੱਤ, ਫਿਰ ਸ਼ਰਦ ਰੁੱਤ, ਫਿਰ ਹਿਮ ਰੁੱਤ, ਫਿਰ ਸ਼ਿਸ਼ਰ ਪਤਝੜ ਦੀ ਰੁੱਤ। ਇਹ 6 ਰੁੱਤਾਂ ਚੋਂ ਵੀ ਨਿਕਲਦਾ। ਗੁਰਪ੍ਰਤਾਪ 6 ਰੁੱਤਾਂ 'ਚ ਵੀ ਲਿਖਿਆ। ਫਿਰ ਸੂਰਜ ਦੇ 2 ਐਨ ਹੁੰਦੇ ਨੇ, ਇੱਕ ਉਤਰਾਇਣ, ਇੱਕ ਦਖਣਾਇਣ, ਯਾਨੀ ਇੱਕ ਨਾਰਥ ਪੋਲ, ਇੱਕ ਸਾਊਥ ਪੋਲ। ਤੇ ਜਿਵੇਂ ਜਦੋਂ ਸੂਰਜ ਐ ਨੂੰ ਜਾਂਦਾ ਧਰਤੀ ਦੇ, ਉਹਨੂੰ ਨਾਰਥ ਪੋਲ, ਜੋ ਉੱਪਰੋਂ ਸਿੱਧਾ ਜਾਂਦਾ ਨਾਰਥ ਪੋਲ, ਜਦੋਂ ਥੱਲਿਓਂ ਦੀ ਜਾਂਦਾ ਦਖਣਾਇਣ ਪੋਲ ਹੁੰਦਾ। 6 ਮਹੀਨੇ ਦਖਣਾਇਣ ਹੁੰਦੇ ਨੇ ਤੇ 6 ਹੀ ਉਤਰਾਇਣ ਹੁੰਦੇ ਨੇ। ਉਹ ਜਿਹੜੇ 2 ਐਨ ਨੇ ਉਹਦੇ ਵਿੱਚ ਵੀ ਗੁਰਪ੍ਰਤਾਪ ਲਿਖਿਆ। ਤੇ ਸੂਰਜ ਕੌਣ ਹੈ? ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਹਨੇਰ। ਗੁਰੂ ਸੂਰਜ ਹੈ। ਉਹਨਾਂ ਦੀ ਕਥਾ ਨੂੰ ਇਸ ਗ੍ਰੰਥ 'ਚ ਲਿਖ ਕੇ ਭਾਈ ਸਾਹਿਬ, ਆ 4ਥੀ ਰੁੱਤ ਪੂਰੀ ਹੈ, 2 ਰੁੱਤਾਂ ਹੋਰ ਰਹਿ ਗਈਆਂ ਨੇ, 2 ਐਨ। ਗੁਰੂ ਕਿਰਪਾ ਕਰੇ, ਅਰਦਾਸ ਕਰ ਲੈਣੇ, ਸੰਗਤ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਵੀ ਕਥਾ ਸੰਪੂਰਨ ਕਰਾ ਲੈਣ। ਇਤਨੇ ਬਚਨ ਪ੍ਰਵਾਨ ਕਰਨੇ ਜੀ। ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨਾਂ ਦਾ, ਗੁਰਦੁਆਰਾ ਸਾਹਿਬ ਦੀ ਕਮੇਟੀ ਦਾ, ਗੁਰੂ ਕੀਆਂ ਸੰਗਤਾਂ ਦਾ, ਗੁਰੂ ਘਰ ਦੇ ਵਜ਼ੀਰ ਸਾਹਿਬਾਨਾਂ, ਸਿੰਘ ਸਾਹਿਬਾਨਾਂ ਦਾ ਬਹੁਤ ਧੰਨਵਾਦ ਹੈ, ਜੋ ਆਪ ਜੀ ਨੇ ਸੰਗਤਾਂ ਦੇ ਦਰਸ਼ਨ ਕਰਾਏ ਨੇ। ਕੋਈ ਵੱਧ ਘੱਟ ਸ਼ਬਦ ਰਸਨਾ ਤੋਂ ਨਿਕਲਿਆ ਹੋਵੇ ਉਹ ਮਾਫ ਕਰ ਦੇਣਾ। ਸਮਾਂ 10-15 ਮਿੰਟ ਜ਼ਿਆਦਾ ਲੱਗਿਆ, ਕਿਉਂਕਿ ਅੰਸ਼ੂ ਪੂਰਨ ਕਰਨਾ ਸੀ, ਕਥਾ ਦਾ ਭੋਗ ਪਾਉਣਾ ਸੀ, ਇਸ ਕਰਕੇ ਮਾਫੀ ਚਾਹੁੰਦੇ ਆ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪੁਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਏ ਸਮਰਾਥ ਅਗੰਮ ਪੂਰਨ, ਮੋਹਿ ਮਇਆ ਧਾਰ, ਅੰਧ